ਕੋਵਿਡ ਤੋਂ ਬਾਅਦ ਇੱਕ ਤਾਂ ਕੁਆਰੰਟਾਈਨ ਹੋ ਗਿਆ ਤੇ ਦੂਜਾ ਹੈ ਕਿ ਜਿਹੜੇ ਐਸਪਾਇਰੈਂਟਸ ਨੇ ਉਹਨਾਂ ਤੇ ਸਭ ਤੋਂ ਵੱਡਾ ਬੋਝ ਪੈ ਗਿਆ ਹੈ। ਜਿਹੜੇ ਬੱਚੇ ਆਪਾਂ ਕਹਿੰਦੇ ਆ ਕਿ ਉਹਨਾਂ ਦੇ AIP ਆ ਗਏ ਆ, ਕਿ ਇਹ 100% ਸ਼ੋਰ ਹੈ ਕਿ ਉਹਨਾਂ ਦੇ ਵੀਜ਼ਾ ਵੀ ਆ ਜਾਣਗੇ। ਕਾਲਜਿਸ ਨੂੰ ਇਹ ਜ਼ਿੰਮੇਵਾਰੀ ਲੈਣੀ ਪਏਗੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੂੰ ਤੁਸੀਂ ਅੱਜ ਇੱਥੇ ਬੁਲਾ ਰਹੇ ਹੋ ਉਹਨੂੰ 14 ਦਿਨ ਕੁਆਰੰਟਾਈਨ ਕਰਨ ਦੀ ਫੈਸਿਲਿਟੀ ਤੁਹਾਡੇ ਕੋਲ ਹੈਗੀ ਹੈ। ਜੇ ਕੋਈ ਬੱਚਾ ਕੁਆਰੰਟਾਈਨ ਦਾ ਰੂਲ ਤੋੜਦਾ ਹੈ ਤੇ ਉਹ ਬੱਚੇ ਨੂੰ ਤੇ ਜੁਰਮਾਨਾ ਹੋਏਗਾ, ਨਾਲ ਦੇ ਨਾਲ ਕਾਲਜ ਨੂੰ ਰੈਡੀਨੈਸ ਲਿਸਟ ਤੋਂ ਬਾਹਰ ਕੱਢ ਦਿੱਤਾ ਜਾਏਗਾ। ਮਤਲਬ ਉਹ ਦੁਬਾਰਾ ਕੋਈ ਬੱਚਾ ਹੋਰ ਇਨਵਾਈਟ ਨਹੀਂ ਕਰ ਪਾਣਗੇ। ਇਹਨਾਂ ਨੇ ਇਹ ਉਮੀਦ ਲਈ ਹੈ ਕਿ ਉਹ ਹੁਣ ਅਪਲਾਈ ਕਰਨ ਕੈਨੇਡਾ ਦੀ, ਉਹਨਾਂ ਦੀ ਕਿੱਥੇ ਸਟੈਂਡ ਕਰਦੇ ਨੇ। ਸਪਟੈਂਬਰ 'ਚ ਬਹੁਤ ਲੋਕਾਂ ਦੇ AIP ਆਏ, ਅਕਤੂਬਰ ਦੇ ਵਿੱਚ ਆਏ, ਨਵੰਬਰ ਦੇ ਵਿੱਚ ਬਹੁਤ ਟਾਵਾਂ AIPs ਆਏ, ਦਸੰਬਰ ਦੇ ਵਿੱਚ AIP ਆਈ, ਜਨਵਰੀ ਦੇ ਵਿੱਚ ਕਹਿ ਲਓ ਕਿ ਵੀ ਉਹ ਲੰਗਰ ਲੱਗਾ ਕਿ ਵੀ ਭਰ ਕੇ ਝੋਲੀਆਂ ਦਿੱਤੇ ਗਏ AIP। ਜਿਹੜਾ ਸਟੂਡੈਂਟ ਕੁਆਰੰਟਾਈਨ ਦੀ ਰੈਗੂਲੇਸ਼ਨ ਨੂੰ ਤੋੜੇਗਾ, ਇੱਥੇ ਤੇ ਅਸੀਂ ਦੇਖਿਆ ਸੀ ਟੀਵੀਆਂ ਦੇ ਵਿੱਚ ਕਿ ਜੀ ਪੰਜਾਬ ਪੁਲਿਸ ਵਾਲੇ ਜਿਹੜੇ ਹੈ ਜੀ ਕਿ ਉਹ ਤੁਹਾਡੇ ਕੋਲ ਬੈਠਕਾਂ ਕਰਾ ਰਹੇ ਹੈ, ਤੁਹਾਡੇ ਕੋਲ ਮਾਫੀ ਮੰਗਾ ਕੇ ਤੁਹਾਨੂੰ ਫੇਰ ਘਰਾਂ 'ਚ ਜਾਣ ਦੇ ਰਹੇ ਹੈ, ਬਟ ਉੱਥੇ ਇਹ ਸਿਸਟਮ ਨਹੀਂ ਹੈ। ਮੈਂ ਕੁਆਰੰਟਾਈਨ ਰੂਲ ਨਹੀਂ ਤੋੜਾਂਗਾ। ਕੁਆਰੰਟਾਈਨ ਰੂਲ ਤੋੜਨ ਦਾ 7.5 ਲੱਖ ਜੁਰਮਾਨਾ ਹੈ ਜਾਂ ਫਿਰ 6 ਮਹੀਨੇ ਦੀ ਕੈਦ ਹੈ। ਕੈਦ ਤੋਂ ਮਤਲਬ ਹੈ ਜੇਲ੍ਹ ਹੈ। ਸਤਿ ਸ਼੍ਰੀ ਅਕਾਲ ਜੀ। ESS ਗਲੋਬਲ ਤੋਂ ਮੈਂ ਹਾਂ ਡਾਕਟਰ ਸਪਨ ਸੰਧੂ। ਇਨਸਾਨ ਦੀ ਗੱਲ ਕਰੀਏ, ਉਹਦੇ ਸੁਪਨਿਆਂ ਦੀ ਜੇ ਗੱਲ ਕਰੀਏ ਤਾਂ ਅਸੀਂ ਸੁਪਨੇ ਹੀ ਤਾਂ ਹਾਂ, ਸੁਪਨਿਆਂ ਤੋਂ ਤਾਂ ਬਣਿਆ ਸੀ ਤੇ ਹਰ ਇਨਸਾਨ ਦਾ ਇਹ ਬੁਨਿਆਦੀ ਹੱਕ ਹੈ ਕਿ ਉਹ ਸੁਪਨੇ ਲਈ ਇੱਕ ਖੂਬਸੂਰਤ ਜ਼ਿੰਦਗੀ ਜੀਣ ਦਾ। ਤੇ ਜਦੋਂ ਸਾਡੇ ਘਰ ਇੱਕ ਨਿੱਕੀ ਜਿਹੀ ਕਿਲਕਾਰੀ ਗੂੰਜਦੀ ਏ, ਹਰ ਮਾਂ-ਬਾਪ ਦਾ ਇਹੀ ਸੁਪਨਾ ਹੁੰਦਾ ਕਿ ਉਹਨਾਂ ਦਾ ਬੱਚਾ ਕਾਮਯਾਬ ਹੋਏ, ਇੱਕ ਚੰਗਾ ਇਨਸਾਨ ਬਣੇ। ਤੇ ਜੇ ਤੁਸੀਂ ਸੋਚਿਆ ਹੈ ਕਿ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਹੈ, ਅੱਗੇ ਹਾਇਰ ਐਜੂਕੇਸ਼ਨ ਲਈ ਉਹਦੇ ਇੱਕ ਸੁਨਹਿਰੀ ਭਵਿੱਖ ਸੋਚਿਆ ਹੈ, ਤਾਂ ਫਿਰ ਸਿਰਫ ਉਹ ਸਹੀ ਰਾਹ ਹੀ ਨਹੀਂ ਸਗੋਂ ਉਸ ਰਾਹ ਤੇ ਤੁਰਨ ਲਈ ਜੇ ਇੱਕ ਮਾਰਗਦਰਸ਼ਕ ਮਿਲ ਜਾਏ ਤਾਂ ਫਿਰ ਕੀ ਗੱਲ ਹੈ। ਉਹੀ ਮਾਰਗਦਰਸ਼ਕ ਹੈ ਜੀ ਅੱਜ ਸਾਡੇ ਨਾਲ ਗੁਰਿੰਦਰ ਭੱਟੀ ਜੀ, ESS ਗਲੋਬਲ ਤੋਂ। ESS ਗਲੋਬਲ ਉਹ ਨਾਮ ਜੋ ਪਿਛਲੇ ਇੰਨੇ ਸਾਲਾਂ ਤੋਂ ਤੁਹਾਡਾ ਵਿਦੇਸ਼ ਜਾ ਕੇ ਸੈਟਲ ਹੋਣ ਦਾ ਸੁਪਨਾ, ਉੱਥੇ ਵਧੀਆ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕਰ ਰਿਹਾ। ਸਵਾਗਤ ਹੈ ਜੀ ਸਰ। ਥੈਂਕ ਯੂ ਵੈਰੀ ਮਚ ਸਪਨ ਜੀ। ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਉਮੀਦ ਕਰਦਾ ਜੀ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਵੋਗੇ। ਸਰ ਜਿਹੜਾ ਹੁਣ ਸਾਲ ਨਿਕਲਿਆ ਉਹਦਾ ਤੇ ਦਿਲ ਕਰਦਾ ਕਿ ਨਾ ਹੀ ਨਾ ਲਈਏ। 2020 ਇੰਨਾ ਹੌਰੀਬਲ ਸਾਲ, ਉਹਦੇ 'ਚ ਸਿਰਫ ਸਾਨੂੰ ਮਾਸਕ ਤੇ ਸੈਨੀਟਾਈਜ਼ਰ ਨਹੀਂ ਮਿਲੇ, ਹੋਰ ਬਹੁਤ ਕੁਝ ਮਿਲਿਆ ਜੋ ਕਿ ਜ਼ਿਆਦਾਤਰ ਨੈਗੇਟਿਵ ਸੀਗਾ। ਖਾਸ ਕਰਕੇ ਜਿਹੜਾ ਸਟੂਡੈਂਟ ਵਰਗ ਹੈ ਉਹਨੂੰ ਬਹੁਤ ਝਟਕਾ ਲੱਗਾ। ਜਿਹੜੀ ਇਮੀਗ੍ਰੇਸ਼ਨ ਇੰਡਸਟਰੀ ਹੈ ਉਹਦੇ ਲਈ ਬਹੁਤ ਵੱਡਾ ਸੈਟਬੈਕ ਸੀ। ਇਹਦੇ ਬਾਰੇ ਦੱਸੋ ਕਿ ਹੁਣ ਆਫਟਰ ਇਫੈਕਟਸ ਕੀ ਨੇ ਕੋਵਿਡ ਦੇ। ਦੇਖੋ, ਜਦੋਂ ਸਾਲ 2020 ਚੜਿਆ ਸੀ, ਸਾਰਿਆਂ ਨੂੰ ਕਹਾਂਗਾ ਕਿ ਵੀ ਮੈਨੂੰ ਡਿਟੇਲ ਦੇ ਵਿੱਚ ਜੋ ਸਪਨ ਜੀ ਤੁਸੀਂ ਦੱਸਿਆ ਉਹਦੇ ਬਾਰੇ ਸਾਰੇ ਆਪਣੇ ਸਟੂਡੈਂਟਸ ਨੂੰ, ਉਹਨਾਂ ਦੇ ਪੇਰੈਂਟਸ ਨੂੰ ਜਿਹੜੇ ਅੱਜ ਸਾਨੂੰ ਸੁਣ ਰਹੇ ਨੇ, ਸੋ ਉਹਨਾਂ ਤੱਕ ਇਹ ਗੱਲ ਪਹੁੰਚਾ ਸਕਾਂ। ਸਾਲ 2020 ਜਦੋਂ ਚੜਿਆ ਸੀਗਾ ਤੇ ਸਾਲ 2020 'ਚ ਕਿਹਾ ਜਾਂਦਾ ਸੀਗਾ ਕਿ ਇਹ ਮਿਰਰ ਈਅਰ ਹੈ, ਸਭ ਕੁਝ ਦੂਣਾ ਡਬਲ ਹੁੰਦਾ ਜਾਏਗਾ, ਕਿਉਂਕਿ 2020 ਇੱਕ ਚੀਜ਼ ਨੂੰ ਅਸੀਂ ਜੇ ਮਿਰਰ 'ਚ ਦੇਖੀਏ, ਵਿਚਕਾਰ ਮਿਰਰ ਆ ਜਾਈਏ ਤੇ ਉਹ ਡਬਲ ਹੋ ਜਾਂਦਾ। ਸੋ ਇਹ 2020 ਜੀ ਸਭ ਕੁਝ ਹੀ ਡਬਲ ਹੋ ਜਾਏਗਾ। ਮਾਰਚ 20 ਤਰੀਕ ਤੱਕ ਤੇ ਸਭ ਕੁਝ ਠੀਕ ਚੱਲ ਰਿਹਾ ਸੀ। ਆਲ ਆਫ ਅ ਸਡਨ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਲਾਈਵ ਹੁੰਦੇ ਨੇ ਤੇ ਉੱਤੇ ਕਹਿੰਦੇ ਨੇ ਕਿ ਜੀ ਇੱਕ ਦਿਨ ਦਾ ਜਨਤਾ ਕਰਫਿਊ ਰੱਖਿਆ ਜਾਏਗਾ। 22 ਮਾਰਚ ਜਾਂ 23 ਮਾਰਚ ਸੀਗੀ, ਔਰ ਤੋਂ ਵੀ ਇੱਕ ਦਿਨ ਪਿੱਛੇ ਚਲਾ ਜਾਣਾ, 3 ਦਿਨ ਪਿੱਛੇ ਚਲਾ ਜਾਣਾ। 17 ਮਾਰਚ ਨੂੰ ਜਸਟਿਨ ਟਰੂਡੋ ਜਿਹੜੇ ਕਿ ਪ੍ਰਾਈਮ ਮਿਨਿਸਟਰ ਨੇ ਕੈਨੇਡਾ ਦੇ, ਉਹਨਾਂ ਨੇ ਲੋਕਾਂ ਦੇ ਨਾਲ ਰੂਬਰੂ ਹੋ ਕਰਕੇ ਗੱਲ ਕਹੀ ਸੀ ਕਿ ਜੀ ਅਸੀਂ ਆਪਣਾ ਇੰਟਰਨੈਸ਼ਨਲ ਬਾਰਡਰਸ ਬੰਦ ਕਰ ਰਹੇ ਹਾਂ ਕਿਉਂਕਿ COVID-19 ਇੱਕ ਜਾਨਲੇਵਾ ਬਿਮਾਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਫੈਲ ਰਹੀ ਹੈ, ਉਹ ਇੱਕ ਬੰਦੇ ਤੋਂ ਦੂਸਰੇ ਬੰਦੇ ਫੈਲ ਰਹੀ ਹੈ। ਸੋ ਇੱਕਦਮ ਹੱਥਾਂ ਪੈਰਾਂ ਦੀ ਪੈ ਗਈ ਕਿ ਇੱਕਦਮ ਜੀ ਮੈਨੂੰ ਯਾਦ ਆ, ਮੇਰਾ ਨੈਕਸਟ ਡੇ ਸੈਮੀਨਾਰ ਸੀਗਾ ਅੰਮ੍ਰਿਤਸਰ ਦੇ ਵਿੱਚ। ਅਸੀਂ ਰਾਤ ਉੱਥੇ ਪਹੁੰਚੇ ਸੀਗੇ ਇੱਕ ਸੈਮੀਨਾਰ ਖਤਮ ਕਰਕੇ। ਨੈਕਸਟ ਡੇ ਨਹੀਂ ਸੀ ਸਮਝ ਆ ਰਿਹਾ ਕਿ ਲੀਡ ਕਰੀਏ ਕਿ ਨਾ ਲੀਡ ਕਰੀਏ, ਬਟ ਫਿਰ ਵੀ ਹਿੰਮਤ ਰੱਖ ਕਰਕੇ ਲੀਡ ਕੀਤਾ। ਔਰ ਤੋਂ ਅਗਲੇ ਦਿਨ ਅਸੀਂ ਲੁਧਿਆਣੇ ਸੀਗੇ ਜਦੋਂ ਸਾਡੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਲਾਈਵ ਹੋ ਕਰਕੇ ਜਨਤਾ ਕਰਫਿਊ ਦਾ ਉਹਨਾਂ ਨੇ ਅਨਾਊਂਸਮੈਂਟ ਕੀਤੀ। ਜਦੋਂ ਲੋਕਡਾਊਨ ਲੱਗਾ ਤੇ ਸਾਨੂੰ ਇਹ ਲੱਗਾ ਕਿ ਯਾਰ ਇਹ 2 ਮਹੀਨੇ ਦਾ ਜਾਂ ਮਹੀਨੇ ਦੀ ਗੱਲ ਹੈਗੀ ਹੈ, ਕਿਉਂਕਿ ਮੇਰਾ ਖਿਆਲ ਹੈ ਪਹਿਲਾ ਕਰਫਿਊ 23 ਦਿਨ ਵਾਸਤੇ ਰੱਖਿਆ ਸੀ ਕਿ 28 ਦਿਨ ਵਾਸਤੇ ਹੈਗਾ ਸੀਗਾ, ਮੈਨੂੰ ਚੇਤਾ ਨਹੀਂ ਚੰਗੀ ਤਰ੍ਹਾਂ। ਸੋ ਮਾਫੀ ਦੇਣਾ ਉਸ ਚੀਜ਼ ਦੀ। ਐਂਡ ਉਹ ਜਦੋਂ ਹੋਇਆ ਫਿਰ ਦੁਬਾਰਾ ਲੋਕਡਾਊਨ 2 ਲੱਗ ਗਿਆ, ਫਿਰ ਹੌਲੀ ਚੀਜ਼ਾਂ ਜਿਹੜੀਆਂ ਮੈਂ ਅਨਲੌਕ ਹੋਣੀਆਂ ਸ਼ੁਰੂ ਹੋ ਗਈਆਂ। 2020 ਨੇ, ਕਰੋਨਾ ਵਾਇਰਸ ਨੇ ਇੰਨਾ ਕੁ ਜ਼ਿਆਦਾ
ਦੁਨੀਆ ਦੇ ਵਿੱਚ ਕਹਿ ਲਓ ਤਥੱਲੀ ਮਚਾਤੀ ਕਿ ਵੀ ਉਹਦਾ ਕੋਈ ਵੀ ਜਵਾਬ ਨਹੀਂ ਹੈ। ਮੈਂ ਬਹੁਤ ਲੋਕੀ, ਬਹੁਤ ਸਾਰੇ ਬਿਜ਼ਨੈਸਿਸ, ਬਹੁਤ ਸਾਰੇ ਸਟੂਡੈਂਟ ਦਾ ਕਰੀਅਰ, ਬਹੁਤ ਸਾਰੇ ਲੋਕਾਂ ਦਾ ਮਤਲਬ ਡਰ ਮੈਂ ਦੇਖਿਆ ਕਿ ਵੀ ਵੱਧਦਾ ਹੋਇਆ ਦੇਖਿਆ। ਅੱਜ ਵੀ 2021 ਦੇ ਵਿੱਚ ਕਾਫੀ ਲੋਕਾਂ ਨੂੰ ਮਿਲੀਦਾ ਹੈ, ਉਹਨਾਂ ਨੂੰ ਇੱਥੋਂ ਤੱਕ ਡਰ ਹੈ ਕਿ ਵੀ ਸਾਡੀ ਨੌਕਰੀ ਵੀ ਕੱਲ੍ਹ ਰਹੇਗੀ ਕਿ ਨਹੀਂ ਰਹੇਗੀ, ਕਿਉਂਕਿ ਬਿਜ਼ਨੈਸਿਸ ਇੱਕਦਮ ਜਿਹੜਾ ਵਾ ਕਹਿ ਲਓ ਮੂੰਹ ਦੇ ਭਾਰ ਡਿੱਗੇ ਹੈ। ਕੋਈ ਦੁਨੀਆ ਦੀ ਇੱਦਾਂ ਦੀ ਕੰਟਰੀ ਨਹੀਂ ਕਿ ਜਿਹੜੀ ਇਕੋਨਮੀ ਦੇ ਉੱਤੇ ਫਰਕ ਨਾ ਪਿਆ ਹੋਵੇ। ਚਾਹੇ ਉਹ ਕੈਨੇਡਾ ਦੀ ਅਸੀਂ ਗੱਲ ਕਰ ਦਈਏ ਕਿ ਉਹਨਾਂ ਨੇ ਚਾਹੇ ਸਟੂਡੈਂਟ ਵਰਗ ਨੂੰ ਵੀ $2,000 ਜਿਹੜੇ ਹੈ ਸਪੋਰਟ ਵਜੋਂ ਦਿੱਤੇ ਗਏ, ਜਿਸ ਕਰਕੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਦਾ ਰੁਝਾਨ ਜਿਹੜਾ ਕੈਨੇਡਾ ਵਾਲੇ ਬੰਨੇ ਜ਼ਿਆਦਾ ਹੋ ਗਿਆ। ਯੂਕੇ ਦੀ ਅਸੀਂ ਗੱਲ ਕਰ ਦਈਏ, ਪੂਰੇ ਲੋਕਡਾਊਨ ਦੇ ਵਿੱਚ ਜਿੱਥੇ ਪੂਰੀ ਦੁਨੀਆ ਲੋਕਡਾਊਨ ਦੇ ਅੰਦਰ ਸੀਗੀ, ਯੂਕੇ ਇਕੱਲੀ ਕੰਟਰੀ ਸੀ ਜਿਨ੍ਹਾਂ ਨੇ ਲੋਕਡਾਊਨ ਨਹੀਂ ਲਗਾਇਆ। ਇਹਦਾ ਅਸਰ ਦੀ ਅਸੀਂ ਗੱਲ ਕਰੀਏ, ਨੈਗੇਟਿਵ ਇੰਪੈਕਟਸ ਦੀ ਗੱਲ ਕਰੀਏ ਤਾਂ ਕਨਫਿਊਜ਼ਨ ਹੀ ਕਨਫਿਊਜ਼ਨ ਕਿ ਸਾਲ 2020 ਇੱਕ ਬਿਗ ਸੀ, ਜਿਹੜਾ ਕਿ ਮੈਂ ਕਹਿੰਦਾ ਕਿ ਵੀ ਬਿਗ ਸੀ ਸੀਗਾ ਕਿ ਉਹ ਵਰਡ ਨਹੀਂ ਯੂਜ਼ ਕਰ ਸਕਦੇ ਕੈਮਰੇ ਦੇ ਉੱਤੇ ਜਾਂ ਲੋਕਾਂ ਦੇ ਉੱਤੇ ਆਪਣੇ ਪੰਜਾਬੀ ਦੇ ਵਿੱਚ ਜੋ ਕਿਹਾ ਜਾਂਦਾ। ਸੋ ਇੱਕ ਬਿਗ ਸੀ ਸੀਗਾ ਕਿ ਵੀ ਉਹਨੂੰ ਅਸੀਂ ਕਹਿੰਦੇ ਸੀ ਫॉर ਕੰਸਲਟੈਂਟ, ਸੀ ਫॉर ਕੋਰਸ, ਸੀ ਫॉर ਕਹਿ ਲਓ ਕਿ ਵੀ ਕੋਰਸ, ਸੀ ਫॉर ਤੁਹਾਡਾ ਕੋਵਿਡ ਐਂਡ ਇੱਕ ਸੀ ਦੇ ਉੱਤੇ ਕੈਨੇਡਾ ਵੀ ਹੈ, ਐਂਡ ਸੀ ਫॉर ਕਨਫਿਊਜ਼ਨ ਕਿ ਇੰਨੀ ਜ਼ਿਆਦਾ ਕਨਫਿਊਜ਼ਨ ਸੀਗੀ ਕਿ ਵੀ ਇੱਕ ਕੰਟਰੀ ਇੱਕ ਰੂਲ ਇੱਕ ਵਾਰ ਬਣਾਉਂਦੀ ਹੈ ਐਂਡ ਸਾਲੋਂ ਸਾਲ ਉਹਦੇ ਉੱਤੇ ਪੈਰਾ ਦਿੰਦੀ ਹੈ ਕਿ ਮਤਲਬ ਇੱਕ ਸਾਲ 'ਚ ਇੱਕ ਪਾਲਿਸੀ ਬਣ ਗਈ, ਸਾਲ ਖੰਡ ਤੇ ਉਹ ਪਾਲਿਸੀ 'ਚ ਕੋਈ ਅਮੈਂਡਮੈਂਟ ਵੀ ਨਹੀਂ ਕੀਤੀ ਜਾਂਦੀ। 15 ਜੁਲਾਈ ਦੀ ਗੱਲ ਕਰੀਏ ਤੇ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਹੁਣ 2 ਸਟੈਪ ਵੀਜ਼ਾ ਅਪਰੂਵਲ ਸ਼ੁਰੂ ਕਰਦੇ ਹਾਂ ਕਿ ਜੀ ਬੱਚੇ ਦਾ ਜਦੋਂ ਆਨਲਾਈਨ ਅਪਲਾਈ ਕਰਨਾ ਹੈ 2 ਸਟੇਜਿਸ ਦੇ ਵਿੱਚ ਵੀਜ਼ਾ ਅਪਲਾਈ ਕਰ ਸਕਦਾ ਹੈ। ਪਹਿਲੀ ਸਟੇਜ ਹੈ ਕਿ ਉਹ ਆਪਣੇ ਅਕੈਡਮਿਕਸ ਦੇਵੇ, ਆਪਣਾ ਪਾਸਪੋਰਟ ਦੇਵੇ, ਆਪਣਾ ਆਇਲਸ ਦਾ ਸਰਟੀਫਿਕੇਟ ਦੇਵੇ, ਆਪਣਾ LOA ਦੇਵੇ। ਮੈਡੀਕਲ ਐਂਡ ਬਾਇਓਮੈਟ੍ਰਿਕਸ ਅਸੀਂ ਸਟੇਜ 2 ਤੇ ਕਰਾਂਗੇ। ਜਿਸ ਸਟੂਡੈਂਟ ਨੂੰ ਅਸੀਂ ਅਪਰੂਵਲ ਇਨ ਪ੍ਰਿੰਸੀਪਲ ਦੇਵਾਂਗੇ ਉਹ ਆਨਲਾਈਨ ਕੋਰਸ ਸ਼ੁਰੂ ਕਰ ਸਕਦਾ। 1 ਮਹੀਨਾ ਵੀ ਇਹ ਗੱਲ ਨਹੀਂ ਟਿਕੀ, ਮਹੀਨੇ ਬਾਅਦ ਦੁਬਾਰਾ ਅਨਾਉਂਸਮੈਂਟ ਕਰ ਦਿੱਤੀ ਗਈ ਕਿ ਜੀ AIP ਆਉਣ ਦੀ ਵੇਟ ਨਾ ਕਰੋ, ਤੁਸੀਂ ਸਿੱਧਾ ਜਿਹੜਾ ਵਾ ਅਪਲਾਈ ਕਰੋ ਐਂਡ ਅਪਲਾਈ ਕਰਦੇ ਤੁਹਾਡੀ ਐਪਲੀਕੇਸ਼ਨ ਜੇਕਰ ਐਮਬੈਸੀ ਦੇ ਵਿੱਚ ਹੈ ਤੁਸੀਂ ਆਪਣਾ ਆਨਲਾਈਨ ਕੋਰਸ ਸ਼ੁਰੂ ਕਰ ਸਕਦੇ ਹੋ। ਇਹ 15 ਸਪਟੈਂਬਰ ਤੱਕ ਦਾ ਸਮਾਂ ਸੀ, ਇਹਨੂੰ ਵਧਾ ਕੇ 30 ਸਪਟੈਂਬਰ ਤੱਕ ਕਰ ਦਿੱਤਾ ਗਿਆ। ਫਿਰ ਉਹਦੇ ਬਾਅਦ ਚੋਂ ਜੀ 30 ਸਪਟੈਂਬਰ ਤੋਂ ਲੈ ਕੇ 15 ਨਵੰਬਰ ਤੱਕ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਗਈ, ਜਿਹਨੂੰ ਅਸੀਂ ਕਹੀਦਾ ਨਾ ਕਿ ਲਵਾਰਸਾ ਵਕਨ ਡਾਇਰੈਕਸ਼ਨਲੈਸ ਹਰ ਕੋਈ ਇਨਸਾਨ, ਚਾਹੇ ਸਟੂਡੈਂਟ ਸੀ, ਚਾਹੇ ਕੰਸਲਟੈਂਟ ਸੀ, ਚਾਹੇ ਉੱਥੇ ਕੋਰਸ ਪ੍ਰੋਵਾਈਡਰ ਸੀਗੇ, ਡਾਇਰੈਕਸ਼ਨਲੈਸ ਤੁਰ ਰਹੇ ਸੀ ਕਿ ਵੀ ਕੋਈ ਅਨਾਉਂਸਮੈਂਟ ਨਹੀਂ ਹੋ ਰਹੀ। ਗੁੱਡ 45 ਦਿਨ ਬਾਅਦ ਦੁਬਾਰਾ ਅਨਾਉਂਸਮੈਂਟ ਹੋਈ ਕਿ ਜੀ ਹੁਣ ਅਸੀਂ ਇੱਕ ਰੈਡੀਨੈਸ ਪਲਾਨ ਲੈ ਕੇ ਆ ਰਹੇ ਹਾਂ ਕਿ ਜਿਹੜੇ ਕਾਲਜਿਸ DLI ਉਹ ਰੈਡੀਨੈਸ ਲਿਸਟ ਦਾ ਹਿੱਸਾ ਹੋਣਗੇ, ਉਹ ਆਪਣੇ ਸਟੂਡੈਂਟ ਨੂੰ ਆਪਣਾ ਇੱਥੇ ਉਹਨਾਂ ਨੂੰ ਆਉਣ ਦੀ ਪਰਮਿਸ਼ਨ ਹੋਏਗੀ। ਉਹਦਾ ਮਤਲਬ ਇਹ ਸੀਗਾ ਕਿ ਉੱਥੇ ਮੀਟਿੰਗਸ ਹੋਈਆਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੀਆਂ ਕਾਲਜਿਸ ਦੇ ਨਾਲ, ਮਤਲਬ ਜਿਹੜੀਆਂ ਮੀਟਿੰਗਸ ਹੋਈਆਂ ਉਹ ਆਨਲਾਈਨ ਹੀ ਹੋਈਆਂ ਕਿ ਜੀ ਤੁਹਾਨੂੰ ਜ਼ਿੰਮੇਵਾਰੀ ਚੁੱਕਣੀ ਪੈਣੀ ਹੈ। ਜੇਕਰ ਤੁਸੀਂ ਅੱਜ ਇੰਟਰਨੈਸ਼ਨਲ ਸਟੂਡੈਂਟ, ਅਸੀਂ ਮੰਨਦੇ ਹਾਂ ਕਿ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਾਲਜਿਸ ਵਾਸਤੇ ਐਂਡ ਇਸ ਕੰਟਰੀ ਦੀ ਇਕੋਨਮੀ ਵਾਸਤੇ, $ਬਿਲੀਅਨ ਦੀ ਇੰਡਸਟਰੀ ਹੈ ਤੇ ਕਾਲਜਿਸ ਨੂੰ ਇਹ ਜ਼ਿੰਮੇਵਾਰੀ ਲੈਣੀ ਪਏਗੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੂੰ ਤੁਸੀਂ ਅੱਜ ਇੱਥੇ ਬੁਲਾ ਰਹੇ ਹੋ ਉਹਨੂੰ 14 ਦਿਨ ਕੁਆਰੰਟਾਈਨ ਕਰਨ ਦੀ ਫੈਸਿਲਿਟੀ ਤੁਹਾਡੇ ਕੋਲ ਹੈਗੀ ਹੈ। ਸੋ ਪਹਿਲੇ ਤਾਂ ਕਾਲਜਿਸ ਨੇ ਇਸ ਚੀਜ਼ ਤੋਂ ਪੱਲਾ ਝਾੜਿਆ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਹੈ ਕਿ ਇੱਕ ਸਟੂਡੈਂਟ ਜਿਹਨੂੰ ਤੁਸੀਂ ਜਾਣਦੇ ਨਹੀਂ, ਜਿਹੜੇ ਕਲਚਰ ਦਾ ਤੁਹਾਨੂੰ ਸਿਰਫ ਪਤਾ ਹੈ, ਐਂਡ ਚਾਹੇ ਉਹ ਪੰਜਾਬ ਹੈ, ਚਾਹੇ ਹਰਿਆਣਾ, ਚਾਹੇ ਪੂਰੇ ਇੰਡੀਆ ਦਾ ਕੋਈ ਵੀ ਸਟੇਟ ਹੈ ਜਾਂ ਹੋਰ ਕਿਸੇ ਵਰਲਡ ਦੀ ਕੋਈ ਸਟੇਟ ਹੈ ਕਿ ਵੀ ਜਾਂ ਕੋਈ ਵੀ ਕੰਟਰੀ ਹੈ, ਤੁਸੀਂ ਇੱਕ ਉੱਥੋਂ ਬੱਚਾ ਬੁਲਾ ਰਹੇ ਹੋ, ਤੁਸੀਂ ਜ਼ਿੰਮੇਵਾਰੀ ਲੈ ਰਹੇ ਹੋ ਕਿ ਇਸ ਬੱਚੇ ਦੀ 14 ਦਿਨ ਉਹਨੂੰ ਕੁਆਰੰਟਾਈਨ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ। ਔਰ ਨਾਲ ਗਵਰਨਮੈਂਟ ਨੇ ਕਿਹਾ ਕਿ ਜੇ ਕੋਈ ਬੱਚਾ ਕੁਆਰੰਟਾਈਨ ਦਾ ਰੂਲ ਤੋੜਦਾ ਵੈ ਤੇ ਉਹ ਬੱਚੇ ਨੂੰ ਤੇ ਜੁਰਮਾਨਾ ਹੋਏਗਾ, ਨਾਲ ਦੇ ਨਾਲ ਕਾਲਜ ਨੂੰ ਰੈਡੀਨੈਸ ਲਿਸਟ ਤੋਂ ਬਾਹਰ ਕੱਢ ਦਿੱਤਾ ਜਾਏਗਾ। ਮਤਲਬ ਉਹ ਦੁਬਾਰਾ ਕੋਈ ਬੱਚਾ ਹੋਰ ਇਨਵਾਈਟ ਨਹੀਂ ਕਰ ਪਾਣਗੇ। ਸੋ ਅੱਜ ਉਹਦੇ ਬਾਰੇ ਮੈਂ ਦੱਸਾਂਗਾ ਕਿ ਰੈਡੀਨੈਸ ਲਿਸਟ ਦੇ ਵਿੱਚ ਅੱਗੇ ਸਟੂਡੈਂਟ ਦੇ ਉੱਤੇ ਕੀ ਰਿਸਟ੍ਰਿਕਸ਼ਨਸ ਹੈਗੀਆਂ। ਸੋ ਹੌਲੀ ਹੌਲੀ ਦੇਖਣ ਨੂੰ ਮਿਲਿਆ ਕਿ ਵੀ 15 ਨਵੰਬਰ ਤੋਂ ਬਾਅਦ ਮੌਂਟਰੀਅਲ ਦਾ, ਕਿਊਬੈਕ ਦਾ ਉਹਨਾਂ ਨੇ ਕਹਿਤਾ ਕਿ ਵੀ ਬਾਈ ਡਿਫਾਲਟ ਸਾਰੇ ਹੀ ਕਾਲਜਿਸ ਲਿਸਟ 'ਚ ਹੈ, ਕਿਉਂਕਿ ਉੱਥੋਂ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਸਪੋਰਟ ਕੀਤਾ ਕਿ ਵੀ ਸਾਡੇ ਸਾਰੇ ਜਿੰਨੇ ਵੀ ਕਾਲਜਿਸ ਹੈ ਇਹ ਰਿਸਪੌਂਸਿਬਲ ਹੈ, ਇਹਨੇ ਆਪਣੇ ਆਪ ਜਿਹੜਾ ਵਾ ਬੱਚਿਆਂ ਦਾ ਕੁਆਰੰਟੀਨ ਪਲਾਨ ਕਰਨਗੇ, ਤਾਂ ਤੁਸੀਂ ਇਹਨਾਂ ਨੂੰ ਲਿਸਟ ਦੇ ਵਿੱਚ ਰੱਖੋ। ਸੋ ਬਾਈ ਡਿਫਾਲਟ ਕਿਊਬਿਕ ਦੇ ਸਾਰੇ ਕਾਲਜਿਸ ਪਹਿਲੇ ਦਿਨ ਤੋਂ ਹੀ ਲਿਸਟ ਵਿੱਚ ਸੀਗੇ। ਫਿਰ ਦੂਸਰੀ ਸਟੇਜ ਆਈ ਕਿ BC ਦੇ ਕਾਲਜਿਸ ਲਿਸਟ 'ਚ ਆਉਣੇ ਸ਼ੁਰੂ ਹੋ ਗਏ, ਬ੍ਰਿਟਿਸ਼ ਕੋਲੰਬੀਆ ਦੇ। ਤੀਸਰੀ ਸਟੇਜ ਆਈ ਓਨਟਾਰੀਓ ਦੇ ਲਿਸਟ ਵਿੱਚ ਆਉਣੇ ਸ਼ੁਰੂ ਹੋ ਗਏ। ਅੱਜ ਅਸੀਂ ਜਦੋਂ ਫਰਵਰੀ 2021 ਦੇ ਵਿੱਚ ਬੈਠੇ ਹੋਏ ਹਾਂ,
ਤੇ ਡੀਐਲਆਈ ਲਿਸਟ ਦੇ ਵਿੱਚ ਆਲਮੋਸਟ ਸਾਰੇ ਕਾਲਜਿਸ ਆ ਚੁੱਕੇ ਹੋਏ ਆ। ਸੋ ਜਿਹੜੇ ਕਾਲਜਿਸ ਅੱਜ ਲਿਸਟ ਵਿੱਚ ਨਹੀਂ ਹੈ, ਜਾਂ ਤੇ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸਡ ਹੈ, ਜਾਂ ਉਹਨਾਂ ਨੇ ਇਹਦਾ ਮਤਲਬ ਹੈ ਕਿ ਲੇਟ ਆਪਣਾ ਪਲਾਨ ਸਬਮਿਟ ਕੀਤਾ, ਜਾਂ ਉਹਨਾਂ ਨੂੰ ਇਹ ਡਿਸੀਜਨ ਲੈਣ ਲੱਗਿਆ ਇੰਟਰਨਲ ਉਹਨਾਂ ਦੀ ਮੈਨੇਜਮੈਂਟ ਨੂੰ ਟਾਈਮ ਲੱਗਾ ਕਿ ਅਸੀਂ ਇਹ ਜ਼ਿੰਮੇਵਾਰੀ ਚੁੱਕੀਏ ਕਿ ਨਾ ਚੁੱਕੀਏ। ਹੁਣ ਇਹ ਜ਼ਿੰਮੇਵਾਰੀ ਇਹ ਹੈ ਕਿ ਵੀ ਅੱਜ ਸਟੂਡੈਂਟ ਜਦੋਂ ਇੱਥੋਂ ਟਰੈਵਲ ਕਰਦਾ ਹੈ, ਸੋ ਉਹਦੇ ਵਿੱਚ ਉਹਨਾਂ ਨੂੰ ਕਾਲਜ ਦੀ ਇਹ ਜ਼ਿੰਮੇਵਾਰੀ ਹੈ ਕਿ 14 ਦਿਨ ਸਟੂਡੈਂਟ ਨੂੰ ਇੱਕ ਜਗ੍ਹਾ ਦੇ ਉੱਤੇ ਉੱਥੇ ਪਹੁੰਚਦਿਆਂ ਕੁਆਰੰਟਾਈਨ ਕਰਨਾ ਪਏਗਾ। ਹੁਣ ਅੱਜ ਜਦੋਂ 15 ਨਵੰਬਰ ਤੋਂ ਬਾਅਦ ਰੈਡੀਨੈਸ ਲਿਸਟ ਆ ਗਈ ਤੇ ਫਿਰ ਅਨਾਉਂਸਮੈਂਟ ਕੀਤੀ ਗਈ ਕਿ ਹੁਣ ਇਹ ਕਾਲਜਿਸ ਲਿਸਟ 'ਚ ਆ ਗਏ ਜਿਨ੍ਹਾਂ ਸਟੂਡੈਂਟ ਦੇ AIP ਸੈਪਟੈਂਬਰ 'ਚ ਅਪਲਾਈ ਕੀਤੇ ਹੋਇਆਂ ਦੇ। ਸੈਪਟੈਂਬਰ 'ਚ ਬਹੁਤ ਲੋਕਾਂ ਦੇ AIP ਆਏ, ਅਕਤੂਬਰ ਦੇ ਵਿੱਚ ਆਏ, ਨਵੰਬਰ ਦੇ ਵਿੱਚ ਬਹੁਤ ਟਾਵਾਂ AIPs ਆਏ, ਦਸੰਬਰ ਦੇ ਵਿੱਚ AIP ਆਈ, ਜਨਵਰੀ ਦੇ ਵਿੱਚ ਕਹਿ ਲਓ ਕਿ ਵੀ ਉਹ ਲੰਗਰ ਲੱਗਾ ਕਿ ਵੀ ਭਰ ਕੇ ਝੋਲੀਆਂ ਦਿੱਤੇ ਗਏ AIP। ਫਰਵਰੀ ਅੱਜ ਜਿਹੜਾ ਮਹੀਨਾ ਚੜਿਆ ਹੋਇਆ, ਫਰਵਰੀ ਦੇ ਵਿੱਚ ਹੁਣ ਪਾਸਪੋਰਟ ਰਿਕੁਐਸਟ ਆਉਣੀਆਂ ਸ਼ੁਰੂ ਹੋ ਗਿਆ। ਪਾਸਪੋਰਟ ਰਿਕੁਐਸਟ ਦਾ ਮਤਲਬ ਹੈ ਕਿ ਵੀ ਸਟੂਡੈਂਟ ਦੀ ਸਬਮਿਸ਼ਨ ਜਿਹੜੀ ਲੈਟਰ ਹੈ ਉਹ ਅੱਜ ਆਉਣੀ ਸ਼ੁਰੂ ਹੋ ਚੁੱਕੀ ਹੈ। ਜਿਹੜੇ ਸਟੂਡੈਂਟ ਅੱਜ ਟਰੈਵਲ ਕਰ ਰਹੇ ਆ ਉਹਨਾਂ ਲਈ ਇਹ ਰਿਸਟ੍ਰਿਕਸ਼ਨਸ ਹੈਗੀਆਂ। ਮੇਕ ਸ਼ੋਰ ਹੈ, ਅੱਜ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ, ਕੈਨੇਡਾ ਜਿਹੜਾ ਅੱਜ ਸਟੂਡੈਂਟ ਟਰੈਵਲ ਕਰ ਰਿਹਾ ਹੈ, ਪਹਿਲੇ ਤਾਂ ਆਪਣੀ ਜੇਬ ਖਰਚੀ ਆਪਣੇ ਨਾਲ ਲੈ ਕੇ ਜਾਏਗਾ। ਦੂਸਰਾ ਕਿ ਵੀ $2000 ਰੀਸੈਂਟਲੀ ਹੀ ਜਨਵਰੀ ਲਾਸਟ ਵੀਕ ਜਾਂ ਫਰਵਰੀ ਅਰਲੀ ਦੇ ਵਿੱਚ ਜਸਟਿਨ ਟਰੂਡੋ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਲਾਈਵ ਹੋ ਕਰਕੇ ਇਹ ਗੱਲ ਦੱਸੀ ਸੀ ਕਿ ਅਸੀਂ ਹੁਣ ਆਪਣੇ 4 ਏਅਰਪੋਰਟ ਇੰਟਰਨੈਸ਼ਨਲ ਟਰੈਵਲਰ ਲਈ ਖੋਲ੍ਹ ਰਹੇ ਹਾਂ ਐਂਡ ਉਹਦੇ ਵਿੱਚ ਟੋਰਾਂਟੋ, ਵੈਨਕੂਵਰ, ਕੈਲਗਰੀ ਤੇ ਮੌਂਟਰੀਅਲ ਹੈ। 4 ਸਾਡੀਆਂ ਸਿਟੀਜ਼ ਦੇ ਜਿਹੜੇ ਏਅਰਪੋਰਟ ਹੈ ਉਹ ਅਸੀਂ ਇੰਟਰਨੈਸ਼ਨਲ ਟਰੈਵਲਰ ਵਾਸਤੇ ਖੋਲ੍ਹ ਰਹੇ ਹਾਂ। ਬਟ ਉਹਦੇ ਵਿੱਚ ਜਿਹੜਾ ਵਾ ਕਿ ਜਦੋਂ ਸਟੂਡੈਂਟ ਇੱਥੇ ਆਏਗਾ ਜਾਂ ਕੋਈ ਟਰੈਵਲਰ ਇੱਥੇ ਆਏਗਾ, ਉਹਦੀ ਇੱਥੇ PCR ਟੈਸਟਿੰਗ ਕੀਤੀ ਜਾਏਗੀ, ਉਹਦਾ ਇੱਥੇ ਆ ਕਰਕੇ ਉਹਦਾ ਟੈਸਟ ਹੋਏਗਾ ਐਂਡ 3 ਦਿਨ ਉਹਨੂੰ ਸਾਡੇ ਵੱਲੋਂ ਮਿੱਥੇ ਹੋਏ ਹੋਟਲ ਦੇ ਵਿੱਚ ਜਾਂ ਉਹ ਸਟੇ ਦੇ ਉੱਤੇ ਰਹਿਣਾ ਪਏਗਾ, ਜਿਹੜਾ ਕਿ ਖਰਚਾ ਉਹ ਸਟੂਡੈਂਟ ਜਾਂ ਟਰੈਵਲਰ ਆਪ ਚੁੱਕੇਗਾ। $2000 ਤੋਂ ਜ਼ਿਆਦਾ ਪੈਸੇ ਆਪਣੀ ਜੇਬ ਦੇ ਵਿੱਚ ਲੈ ਕੇ ਇੱਥੋਂ ਟਰੈਵਲ ਕਰਨਾ ਕਿ ਜਿਹੜਾ ਖਰਚਾ $2000 ਤੋਂ ਜ਼ਿਆਦਾ ਦਾ ਹੋ ਸਕਦਾ ਹੈ। ਸੋ ਮਤਲਬ ਤੁਸੀਂ ਇੱਥੋਂ ਜਦੋਂ ਟਰੈਵਲ ਕਰਨਾ, ਜਿੰਨਾ ਸਟੂਡੈਂਟ ਦੇ ਅੱਜ ਪਾਸਪੋਰਟ ਰਿਕੁਐਸਟਾਂ ਆ ਗਈਆਂ ਐਂਡ ਉਹ ਹੁਣ ਗੁੱਡ ਟੂ ਟਰੈਵਲ ਹੈ ਕਿ ਟਰੈਵਲ ਕਰ ਰਹੇ ਨੇ, ਅੱਗੇ ਮਈ ਇਨਟੇਕ ਜਾਂ ਮਾਰਚ ਇਨਟੇਕ ਵਾਸਤੇ ਟਰੈਵਲ ਕਰ ਰਹੇ ਨੇ, ਉਹ ਸਟੂਡੈਂਟ ਨੂੰ ਆਪਣਾ 14 ਦਿਨ ਕੁਆਰੰਟਾਈਨ ਕਰਨ ਦਾ ਪਲਾਨ ਲੈ ਕੇ ਜਾਣਾ ਪੈਣਾ ਕਿ ਉਹ ਕਿੱਥੇ ਜਾ ਕੇ ਸਟੇ ਕਰੇਗਾ। ਨੰਬਰ 1। ਨੰਬਰ 2, ਉਹਨੂੰ ਏਅਰਪੋਰਟ ਤੋਂ ਕਿਹੜਾ ਬੰਦਾ ਪਿਕ ਕਰਨ ਲਈ ਆ ਰਿਹਾ ਹੈ ਉਸ ਚੀਜ਼ ਦਾ ਔਰ ਉਹਦਾ ਬੰਦੇ ਦਾ ਟੈਲੀਫੋਨ ਨੰਬਰ, ਉਹਦਾ ਐਡਰੈਸ, ਉਹਦੀ ਗੱਡੀ ਦਾ ਨੰਬਰ, ਤਿੰਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ। ਨੰਬਰ 3, ਆਪਣਾ ਮੋਬਾਈਲ ਇੱਥੋਂ ਚਾਰਜ ਕਰਕੇ ਲੈ ਕੇ ਜਾਵੇ, ਬੈਟਰੀ ਬੈਕਅਪ ਨਾਲ ਲੈ ਕੇ ਚੱਲੇਗੀ, ਮੋਬਾਈਲ ਉਹਦੀ ਬੈਟਰੀ ਡੈਡ ਨਾ ਹੋਵੇ। ਇੱਥੋਂ ਸਿਮ ਲੈ ਕੇ ਜਾਵੇ ਕਿ ਜਿਹੜਾ ਉੱਥੇ ਜਾ ਕਰਕੇ ਚੱਲੇ। ਬਾਈ ਚਾਂਸ ਨਹੀਂ ਚੱਲਦਾ ਤੇ ਉੱਥੋਂ ਦੇ ਜਿਹੜੇ 4 ਏਅਰਪੋਰਟਸ ਦੇ ਨਾਮ ਦਿੱਤੇ ਆ, ਟੋਰਾਂਟੋ, ਵੈਨਕੂਵਰ, ਕੈਲਗਰੀ ਤੇ ਮੌਂਟਰੀਅਲ, ਜਦੋਂ ਤੁਸੀਂ ਉੱਥੇ ਉਤਰੋਗੇ ਤੁਸੀਂ ਉੱਥੋਂ ਦੇ ਲੋਕਲ ਵਾਈਫਾਈ ਦੇ ਨਾਲ ਕਨੈਕਟ ਕਰ ਲੈਣਾ ਐਂਡ ਮੇਕ ਸ਼ੋਰ ਉਸ ਬੰਦੇ ਨੂੰ ਏਅਰਪੋਰਟ ਤੇ ਪਹੁੰਚਦਿਆਂ ਹੀ, ਜਦੋਂ ਤੁਹਾਡੀ ਫਲਾਈਟ ਤੋਂ ਬਾਹਰ ਉਤਰਦੇ ਹੋ, ਟਰਮੀਨਲ ਤੇ ਪਹੁੰਚੋਗੇ ਤੇ ਕਾਲ ਕਰ ਲੈਣਾ ਕਿ ਮੈਂ ਅਰਾਈਵ ਹੋ ਗਿਆ ਇੱਥੇ। ਜਿਹੜੇ ਬੰਦੇ ਤੁਹਾਨੂੰ ਲੈਣ ਲਈ ਆਏ ਆ ਉਹਨੂੰ ਇਹ ਚੀਜ਼ ਜ਼ਰੂਰ ਕਹਿਣੀ ਹੈ ਕਿ ਜਦੋਂ ਤੁਸੀਂ ਅਰਾਈਵ ਹੋ ਗਏ ਹੋ 3 ਤੋਂ 4 ਘੰਟੇ ਦਾ ਟਾਈਮ ਲੱਗ ਸਕਦਾ ਹੈ। ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਮੇਕ ਸ਼ੋਰ ਤੁਹਾਡੇ ਮਾਸਕ ਲੱਗਾ ਹੋਣਾ ਚਾਹੀਦਾ, ਤੁਹਾਡੇ ਗਲਵਸ ਪਾਏ ਹੋਣੇ ਚਾਹੀਦੇ ਆ, ਤੁਸੀਂ ਜਿਹੜਾ ਵਾ ਸੋਸ਼ਲ ਡਿਸਟੈਂਸਿੰਗ ਦਾ 2 ਮੀਟਰ ਦਾ ਦੂਸਰੇ ਬੰਦੇ ਤੋਂ ਵਖਵਾ ਰੱਖ ਕਰਕੇ ਉਹ ਚੱਲ ਰਹੇ ਹੋ। ਕਾਲੀ ਕੋਈ ਨਹੀਂ ਕਰਨੀ ਕਿ ਇਟ ਵਿਲ ਟੇਕ ਟਾਈਮ ਐਂਡ ਤੁਹਾਨੂੰ ਉੱਥੇ ਜਦੋਂ ਤੁਹਾਡੇ ਏਅਰਪੋਰਟ ਤੇ ਇਮੀਗ੍ਰੇਸ਼ਨ ਹੋਏਗੀ ਤੁਹਾਨੂੰ ਉੱਥੇ ਟੈਸਟਿੰਗ, ਤੁਹਾਡਾ ਆਪਣਾ PCR ਟੈਸਟਿੰਗ ਹੋਏਗੀ, ਤੁਹਾਡੇ ਟੈਸਟ ਦੀ ਰਿਪੋਰਟ ਐਂਡ ਜਦ ਤੱਕ ਨਹੀਂ ਆਉਂਦੀ ਤੁਸੀਂ ਉਹ 3 ਦਿਨ ਉਹਨਾਂ ਦੇ ਦੱਸੇ ਹੋਏ ਹੋਟਲ ਦੇ ਵਿੱਚ ਰਹੋਗੇ, ਉਹਦਾ ਖਰਚਾ ਆਪ ਚੱਕੋਗੇ। 3 ਦਿਨਾਂ ਦੇ ਵਿੱਚ ਤੁਹਾਡੇ ਟੈਸਟ ਦੀ ਰਿਪੋਰਟ ਤੁਹਾਡੇ ਕੋਲ ਆਏਗੀ। ਜੇਕਰ ਤੁਹਾਡਾ ਟੈਸਟ ਨੈਗੇਟਿਵ ਹੋਇਆ ਤੇ ਤੁਸੀਂ ਆਪਣੇ ਮਿੱਥੇ ਹੋਏ ਐਡਰੈਸ ਤੇ ਬਾਕੀ 11 ਦਿਨ ਜਾ ਕੇ ਕੁਆਰੰਟਾਈਨ ਕਰ ਸਕਦੇ ਹੋ ਐਂਡ ਜੇਕਰ ਤੁਹਾਡਾ ਟੈਸਟ ਪੋਜ਼ਿਟਿਵ ਆਇਆ ਤੇ ਬਾਕੀ ਦੇ 11 ਦਿਨ ਵੀ ਤੁਹਾਨੂੰ ਉੱਥੇ ਰਹਿ ਕਰਕੇ ਹੀ ਕੁਆਰੰਟਾਈਨ ਕੰਪਲੀਟ ਕਰਨਾ ਪਏਗਾ। ਤੁਹਾਡਾ ਦੁਬਾਰਾ 14 ਦਿਨਾਂ ਬਾਅਦ ਟੈਸਟ ਹੋਏਗਾ, ਤੁਹਾਡਾ ਟੈਸਟ ਨੈਗੇਟਿਵ ਆ ਜਾਏਗਾ ਤਦੇ ਤੁਸੀਂ ਆਪਣੇ ਘਰ ਜਾ ਪਾਓਗੇ। ਜਦ ਤੱਕ ਟੈਸਟ ਨੈਗੇਟਿਵ ਨਹੀਂ ਆਉਂਦਾ ਤੁਹਾਨੂੰ ਉਹ ਰਿਲੀਜ਼ ਨਹੀਂ ਕਰਨਗੇ। ਸੋ ਜਿਹੜੇ ਵੀ ਸਟੂਡੈਂਟ ਅੱਜ ਇੱਥੋਂ ਟਰੈਵਲ ਕਰ ਰਹੇ ਨੇ ਬਹੁਤ ਖੁਸ਼ੀਆਂ ਆ ਰਹੀਆਂ ਨੇ, ਵੀਜ਼ੇ ਲੱਗ ਰਹੇ ਨੇ ਕਿ ਵੀ ਅੱਜ ਉਹ ਸਟੂਡੈਂਟ ਦੇ ਵੀ ਪਾਸਪੋਰਟ ਰਿਕੁਐਸਟ ਆਈਆਂ ਨੇ ਜਿਨ੍ਹਾਂ ਨੇ 2 ਮੋਡਿਊਲ ਚੋਂ 5.5 ਬੈਂਡ ਹੈ ਕਿ ਜਿਹਨੂੰ ਅਸੀਂ ਆਪ ਕਹੀਦਾ ਕਿ ਬਾਰਡਰ ਲਾਈਨ ਕੇਸ ਹੈ ਕਿ ਵੀ ਇੱਕ ਮੋਡਿਊਲ ਚੋਂ 5.5 ਬੈਂਡ ਹੈਗੇ ਸਾਡੇ ਕੋਲ ਆ ਜਾ, ਜੇਕਰ 2 ਚੋਂ 5.5 ਬੈਂਡ ਅਸੀਂ ਕੇਸ ਨੂੰ ਵੀ ਹੱਥ ਨਹੀਂ ਲਾਵਾਂਗੇ। ਡਿਊਰਿੰਗ ਦਾ ਲੋਕਡਾਊਨ ਜਦੋਂ ਅਸੀਂ ਆਨਲਾਈਨ ਐਪਲੀਕੇਸ਼ਨ ਐਕਸੈਪਟ ਕਰ ਰਹੇ ਸੀ ਤੇ ਅਸੀਂ ਕਾਫੀ ਐਪਲੀਕੇਸ਼ਨ 2 ਚੋਂ 5.5 ਵਾਲੀਆਂ ਵੀ ਐਕਸੈਪਟ ਕੀਤੀਆਂ, ਉਹਨਾਂ ਦੇ ਵੀ ਪਾਸਪੋਰਟ ਰਿਕੁਐਸਟ ਆਏ ਨੇ। ਸੋ ਅੱਜ
ਜਿੱਥੇ ਖੁਸ਼ੀਆਂ ਆ ਰਹੀਆਂ ਉੱਥੇ ਹੀ ਤੁਹਾਨੂੰ ਆਪਣੇ ਮੈਂਟਲੀ ਪ੍ਰਪੇਅਰ ਹੋ ਕਰਕੇ ਜਾਣਾ ਪਏਗਾ ਕਿ ਜਦੋਂ ਮੈਂ ਉੱਥੇ 에ਅਰਪੋਰਟ ਦੇ ਉੱਤੇ ਪਹੁੰਚ ਰਿਹਾ ਵਾਂ ਤੇ ਮੈਨੂੰ ਜਿਹੜਾ 14 ਦਿਨ ਇੱਕ ਕਮਰੇ 'ਚ ਕੱਟਣੇ ਪੈਣੇ ਹੈ। ਉੱਥੇ ਕੁਆਰੰਟਾਈਨ ਇੰਡੀਆ ਵਾਲਾ ਹਿਸਾਬ ਨਹੀਂ ਹੈ ਕਿ ਜੀ ਮੈਂ ਬਾਹਰ ਮਹੱਲੇ 'ਚ ਜਾ ਕੇ ਕ੍ਰਿਕਟ ਖੇਡਦਾ ਪਿਆ ਤੇ ਜਾਂ ਕਰਿਆਨੇ ਦੀ ਦੁਕਾਨ ਤੋਂ ਜਾ ਕਰਕੇ ਸਮਾਨ ਲੈਵਾਂ। ਮੇਕ ਸ਼ੋਰ 14 ਦਿਨ ਤੁਸੀਂ ਇੱਕ ਕਮਰੇ ਦੇ ਵਿੱਚ ਕੱਟਣਾ। ਤੁਹਾਨੂੰ 3 ਟਾਈਮ ਦਾ ਮੀਲ ਉੱਥੇ ਮਿਲੇਗਾ। ਤੁਹਾਨੂੰ ਇਕੱਲੇ ਉੱਥੇ ਰਹਿਣਾ ਪੈਣਾ। ਮੈਂ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰਕੇ ਇਸ ਚੀਜ਼ ਲਈ ਜਾਣਾ। ਐਂਡ ਜੇਕਰ ਤੁਹਾਡਾ ਨੈਗੇਟਿਵ ਆਂਦਾ ਵਾ ਰਿਜ਼ਲਟ ਤੁਹਾਡੇ ਟੈਸਟ ਦਾ ਤੇ ਤੁਸੀਂ ਤੀਸਰੇ ਦਿਨ ਤੋਂ ਬਾਅਦ 11 ਦਿਨ ਆਪਣੇ ਰਿਸ਼ਤੇਦਾਰਾਂ ਦੇ, ਸਕੇ ਸੰਬੰਧੀਆਂ ਦੇ, ਭੈਣ ਭਰਾਵਾਂ ਦੇ ਜਿਹੜਾ ਵੀ ਐਡਰੈਸ ਦਿੱਤਾ ਹੋਏਗਾ ਉੱਥੇ ਜਾ ਕੇ ਕੁਆਰੰਟੀਨ ਕਰਨਾ ਪੈਣਾ। ਕੁਆਰੰਟੀਨ ਦੀ ਗਾਈਡਲਾਈਨਸ ਹੈ, ਜਿਹੜਾ ਵੀ ਕੋਈ ਬੰਦਾ ਤੋੜਦਾ ਹੈ ਕਾਲਜ ਦੇ ਉੱਤੇ ਤੇ ਜੋ ਅਸਰ ਪਏਗਾ ਉਹ ਪਏਗਾ। ਬਟ ਮੈਂ ਸਟੂਡੈਂਟ ਨੂੰ ਦੱਸ ਦਿੰਦਾ ਕਿ ਵੀ ਜਿਹੜਾ ਸਟੂਡੈਂਟ ਕੁਆਰੰਟੀਨ ਦੀ ਰੈਗੂਲੇਸ਼ਨ ਨੂੰ ਤੋੜੇਗਾ, ਇੱਥੇ ਤੇ ਅਸੀਂ ਦੇਖਿਆ ਸੀ ਟੀਵੀਆਂ ਦੇ ਵਿੱਚ ਕਿ ਜੀ ਪੰਜਾਬ ਪੁਲਿਸ ਵਾਲੇ ਜਿਹੜੇ ਹੈ ਜੀ ਕਿ ਉਹ ਤੁਹਾਡੇ ਕੋਲ ਬੈਠਕਾਂ ਕਰਾ ਰਹੇ ਹੈ, ਤੁਹਾਡੇ ਕੋਲ ਮਾਫੀ ਮੰਗਾ ਕੇ ਤੁਹਾਨੂੰ ਫੇਰ ਘਰਾਂ 'ਚ ਜਾਣ ਦੇ ਰਹੇ ਹੈ। ਬਟ ਉੱਥੇ ਇਹ ਸਿਸਟਮ ਨਹੀਂ ਹੋਣਾ। ਉੱਥੇ ਕਿਸੇ ਨੇ ਤੁਹਾਡੇ ਪਿੱਛੇ ਨਹੀਂ ਆਣਾ। ਤੁਸੀਂ ਜੇਕਰ ਕੁਆਰੰਟੀਨ ਦੇ ਰੈਗੂਲੇਸ਼ਨ ਤੋੜੇ, ਜਿਹੜਾ ਹੋਟਲ ਤੇ ਰਿਸੈਪਸ਼ਨ ਵਾਲਾ ਉਹਨੇ ਸਿਰਫ ਇਨਫੋਰਮ ਕਰਨਾ ਕਿ ਇਹ ਬੰਦਾ ਹੁਣੇ ਬਾਹਰ ਗਿਆ ਹੈ, ਤੁਹਾਨੂੰ $7.5 ਲੱਖ ਤੱਕ ਦਾ ਜੁਰਮਾਨਾ, ਜਿਹੜਾ ਕਿ ਇੰਡੀਆ ਦਾ 4.5 ਕਰੋੜ ਰੁਪਈਆ ਬੰਦਾ। ਮੈਨੂੰ ਵੀ ਪਤਾ ਕਿ ਉੱਥੇ ਸਟੂਡੈਂਟ ਇਹਨੇ ਪੈਸੇ ਤੇ ਲੈ ਕੇ ਗਿਆ ਨਹੀਂ ਹੋਏਗਾ। ਜਾਂ ਫਿਰ ਉਹਨੂੰ 6 ਮਹੀਨੇ ਦੀ ਜੇਲ੍ਹ 'ਚ ਕੈਦ ਤੇ ਨਾਲ ਦੇ ਨਾਲ ਉਹਨੂੰ ਡੈਪੋਟੇਸ਼ਨ ਦਾ ਸਾਹਮਣਾ ਕਰਨਾ ਪਏਗਾ। ਡੈਪੋਟੇਸ਼ਨ ਦਾ ਮਤਲਬ ਹੈ 5 ਸਾਲ ਤੁਹਾਨੂੰ ਬੈਨ ਲੱਗਣਾ, ਤੁਸੀਂ ਵਾਪਸ ਨਹੀਂ ਕੈਨੇਡਾ ਜਾ ਸਕਦੇ। ਸੋ ਇਹ ਚੀਜ਼ ਦਾ ਖਿਆਲ ਰੱਖਣਾ ਕਿ ਜਿਹੜਾ ਬੰਦਾ ਇੱਥੋਂ ਜਾ ਰਿਹਾ ਉਹ ਆਪਣੇ ਦਿਮਾਗ ਨੂੰ ਸਮਝਾ ਕੇ ਜਾਵੇ ਕਿ 14 ਦਿਨ ਮੈਨੂੰ ਇੱਕ ਘਰ 'ਚ ਇੱਕ ਕਮਰੇ 'ਚ ਕੱਟਣੇ ਪੈਣੇ। ਮੈਂ ਕੁਆਰੰਟੀਨ ਰੂਲ ਨਹੀਂ ਤੋੜਾਂਗਾ। ਕੁਆਰੰਟੀਨ ਰੂਲ ਤੋੜਨ ਦਾ 7.5 ਲੱਖ ਜੁਰਮਾਨਾ ਹੈ ਜਾਂ ਫਿਰ 6 ਮਹੀਨੇ ਦੀ ਕੈਦ ਹੈ। ਕੈਦ ਤੋਂ ਮਤਲਬ ਹੈ ਜੇਲ੍ਹ ਹੈ। ਤੇ ਕਾਲਜ ਇਹਦੇ ਵਿੱਚ 1% ਵੀ ਸਪੋਰਟ ਨਹੀਂ ਕਰੇਗਾ। ਪਲੀਜ਼ ਅੰਡਰਸਟੈਂਡ ਕਰੋ ਤੁਸੀਂ ਅੱਜ ਉਹ ਮੁਲਕ ਕਿਉਂ ਜਾਣਾ ਚਾਹੁੰਦੇ ਹੋ, ਕਿਉਂਕਿ ਉੱਥੇ ਜੀ ਤੁਸੀਂ ਲੋਕ ਕਹਿੰਦੇ ਹੋ ਕਿ ਜੀ ਉੱਥੋਂ ਦੀ ਸੇਫਟੀ ਹੈ ਜੀ, ਉੱਥੇ ਜੀ ਬੰਦੇ ਦੀ ਵੈਲਿਊ ਹੈ ਜੀ, ਇਸ ਕਰਕੇ ਅਸੀਂ ਉਹ ਮੁਲਕ 'ਚ ਜਾਂਦੇ ਆ। ਤੇ ਜਿਹੜੇ ਉੱਥੇ ਸਿਟੀਜ਼ਨ ਹੈ ਉਹਨਾਂ ਨੇ ਅੱਜ 에ਅਰਪੋਰਟ ਇਸੇ ਕਰਕੇ ਬੰਦ ਕੀਤੇ ਆਪਣੇ ਉੱਥੇ ਸਿਟੀਜ਼ਨਸ ਦੀ ਸੇਫਟੀ ਕਰਕੇ, ਕਿਉਂਕਿ ਇਹ ਜਿਹੜੀ ਨਾਮੁਰਾਦ ਬਿਮਾਰੀ ਹੈ ਕੋਵਿਡ-19 ਇਹ ਇੰਨੀ ਨਾਮੁਰਾਦ ਹੈ ਕਿ ਇੱਕ ਬੰਦੇ ਤੋਂ ਦੂਜੇ ਬੰਦੇ ਤੇ ਫੈਲਦੀ ਹੈ। ਤੁਹਾਡੇ ਮੂੰਹ 'ਚੋਂ ਕੋਈ ਨਿੱਛ ਆ ਗਈ ਜਾਂ ਤੁਹਾਨੂੰ ਕੋਈ ਜ਼ੁਕਾਮ, ਨਜ਼ਲਾ ਕੁਝ ਵੀ ਹੋ ਸਕਦਾ, ਕਿਉਂਕਿ ਤੁਸੀਂ ਇੱਕ ਕਲਚਰ ਚੇਂਜ ਹੈ, ਇੱਕ ਵੈਦਰ 360 ਡਿਗਰੀ ਚੇਂਜ ਹੈ। ਇੱਥੇ ਜਿਹੜਾ ਵੈਦਰ 2 ਡਿਗਰੀ ਟੈਂਪਰੇਚਰ ਹੁੰਦਾ ਤੇ ਅਸੀਂ ਕਹਿੰਦੇ ਹੋ ਜੀ ਬਹੁਤ ਜ਼ਿਆਦਾ ਠੰਡ ਹੋ ਗਈ, ਉੱਥੇ -10, -20, -30 ਤੱਕ ਟੈਂਪਰੇਚਰ ਹੁੰਦਾ। ਜੇ ਟੋਰਾਂਟੋ ਦੀ ਗੱਲ ਕਰ ਲਈਏ 3 ਦਿਨ ਪਹਿਲੇ ਦਾ ਟੈਂਪਰੇਚਰ -26 ਡਿਗਰੀ ਆਪਣਾ ਅਸੀਂ ਨੈਟ ਦੇ ਉੱਤੇ ਦੇਖ ਰਹੇ ਸੀਗੇ। ਸੋ ਜਦੋਂ ਟੈਂਪਰੇਚਰ ਚੇਂਜ ਦੇ ਵਿੱਚ ਜਾਂਦੇ ਹੋ ਤਾਂ ਨਜ਼ਲਾ ਜ਼ੁਕਾਮ ਆਮ ਚੀਜ਼ ਹੈ, ਜਿਸ ਕਰਕੇ ਕਿਹਾ ਕਿ ਮਾਸਕ ਜ਼ਰੂਰ ਪਾ ਕੇ ਰੱਖਣਾ। ਇੰਡੀਆ ਦੇ ਵਿੱਚ ਅੱਜ ਦੀ ਜਿਹੜੀ ਮਾਸਕ ਦੀ ਤਾਂ ਵੈਸੇ ਹੀ ਕੋਈ ਪਰਵਾਹ ਨਹੀਂ ਕਰਦਾ ਪਿਆ। ਸੋ ਮਾਸਕ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਪਣੇ ਆਪ ਨੂੰ ਇਹ ਚੀਜ਼ਾਂ ਸਮਝਾ ਕਰਕੇ ਜਾਣਾ, ਕਿਉਂਕਿ 1% ਵੀ ਇਹਨੂੰ ਕਹਿ ਲਓ ਕਿ ਨਿਗਲੈਕਟ ਨਹੀਂ ਕਰਨਾ, ਇਹਨੂੰ 1% ਵੀ ਇਗਨੋਰ ਨਹੀਂ ਕਰਨਾ, ਕਿਉਂਕਿ ਇਹਦੇ ਉੱਤੇ ਮੈਂ ਗੱਲ ਕਰ ਰਿਹਾ ਸੀ ਕਿ ਅਸੀਂ ਉਸ ਮੁਲਕ 'ਚ ਜਾਂਦੇ ਪਏ ਕਿ ਜਿੱਥੇ ਹੀ ਕਹਿੰਦੇ ਕਿ ਸੇਫਟੀ ਹੈ, ਤੇ ਉਹ ਇਸ ਕਰਕੇ ਸਖਤ ਕਾਨੂੰਨ ਬਣਾਏ ਗਏ ਨੇ ਕੁਆਰੰਟੀਨ ਦੇ ਇੰਟਰਨੈਸ਼ਨਲ ਟਰੈਵਲਰ ਵਾਸਤੇ ਕਿ ਇਹ ਜਿਹੜੀ ਨਾਮੁਰਾਦ ਬਿਮਾਰੀ ਇੱਕ ਬੰਦੇ ਤੋਂ ਦੂਜੇ ਤੇ ਫੈਲਦੀ ਹੈ। ਉੱਥੋਂ ਦੇ ਸਿਟੀਜ਼ਨ ਦੇ ਉੱਤੇ ਜਾਂ ਜਿਹੜੇ ਬੰਦੇ ਉੱਥੇ ਹੋਟਲ 'ਚ ਬੈਠ ਕੇ ਤੁਹਾਨੂੰ ਫੈਸਿਲਿਟੀਆਂ ਦੇ ਰਹੇ ਹੈ, ਤੁਹਾਡੇ ਲਈ 3 ਟਾਈਮ ਦਾ ਤੁਹਾਡੇ ਲਈ ਫੂਡ ਬਣਾ ਰਹੇ ਆ, ਤੁਹਾਡੀ ਬੈੱਡ ਸ਼ੀਟ ਚੇਂਜ ਕਰਨਗੇ, ਤੁਹਾਡੇ ਲਈ ਵਧੀਆ ਅਕਮੋਡੇਸ਼ਨ ਉਹ ਤੁਹਾਨੂੰ ਪ੍ਰੋਵਾਈਡ ਕਰਨਗੇ, ਉਹਨਾਂ ਦੀ ਵੀ ਸੇਫਟੀ ਦਾ ਸਵਾਲ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਡੇ ਵਿੱਚ ਹੀ ਕੋਵਿਡ ਹੋਏਗਾ, ਉਹਨਾਂ ਤੋਂ ਵੀ ਤੁਹਾਨੂੰ ਆ ਸਕਦਾ, ਤੁਹਾਡੇ ਤੋਂ ਵੀ ਉਹਨਾਂ ਤੋਂ ਜਾ ਸਕਦਾ, ਕਿਉਂਕਿ ਇਹ ਬਿਮਾਰੀ ਹੀ ਉਸ ਤਰੀਕੇ ਦੀ ਹੈ, ਵਾਇਰਸ ਉਸ ਤਰੀਕੇ ਦਾ। ਸੋ ਇਹ ਕੁਆਰੰਟੀਨ ਦੇ ਰੂਲ ਤੁਹਾਨੂੰ ਫੋਲੋ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕੋਵਿਡ ਤੋਂ ਬਾਅਦ ਇੱਕ ਤਾਂ ਕੁਆਰੰਟੀਨ ਹੋ ਗਿਆ ਤੇ ਦੂਜਾ ਹੈ ਕਿ ਜਿਹੜੇ ਐਸਪਾਇਰੈਂਟਸ ਨੇ ਉਹਨਾਂ ਤੇ ਸਭ ਤੋਂ ਵੱਡਾ ਬੋਝ ਪੈ ਗਿਆ ਹੈ ਉਹਨਾਂ ਦੀ ਪਾਕਟ। ਉਹਨਾਂ ਨੂੰ ਆਪਣੇ ਨਾਲ ਐਕਸਟਰਾ ਮਨੀ ਲੈ ਕੇ ਜਾਣੀ ਪੈਣੀ ਹੈ। ਤੇ ਇੱਕ ਹੋਰ ਗੱਲ ਕਿ ਜਿਹੜੇ ਬੱਚੇ ਆਪਾਂ ਕਹਿੰਦੇ ਆ ਕਿ ਉਹਨਾਂ ਦੇ AIP ਆ ਗਏ ਆ, ਕੀ ਇਹ 100% ਸ਼ੋਰ ਹੈ ਕਿ ਉਹਨਾਂ ਦੇ ਵੀਜ਼ਾ ਵੀ ਆ ਜਾਣਗੇ? ਓਕੇ ਜੀ, ਇਹਦੇ ਵਿੱਚ ਇਹ ਗੱਲ ਕਰ ਲਈਏ, ਹਾਂਜੀ ਪਾਕਟ ਦੇ ਉੱਤੇ ਬੋਝ ਪਿਆ ਹੈ, ਇਹਦੇ ਵਿੱਚ ਕਹਿਣਾ ਕੁਝ ਗਲਤ ਨਹੀਂ ਹੋਏਗਾ ਕਿ ਜਿਸ ਸਟੂਡੈਂਟ ਦੇ
ਰਿਸ਼ਤੇਦਾਰ ਉੱਥੇ ਨਹੀਂ ਹੈ, ਉਹ ਅੱਜ ਦੀ ਡੇਟ 'ਚ ਉੱਥੇ ਕਾਲਜਿਸ ਤੁਹਾਨੂੰ ਪੈਕੇਜ ਵੇਚ ਰਹੇ ਹੈ ਐਂਡ ਜਿਹੜਾ ਕਿ ਬਿਲਕੁਲ ਨੋਮੀਨਲ ਹੈ। $1500 ਤੋਂ ਲੈ ਕਰਕੇ $2000 ਤੱਕ ਦਾ 14 ਦਿਨਾਂ ਦੇ ਸਟੇ ਦਾ ਐਂਡ ਨਾਲ ਉਹ 'ਚ 3 ਟਾਈਮ ਦਾ ਤੁਹਾਨੂੰ ਮੀਲ ਮਿਲ ਰਿਹਾ। ਤੁਹਾਡੇ ਕੱਪੜੇ ਧੋਣ ਦੀ ਤੁਹਾਨੂੰ ਫੈਸਿਲਿਟੀ ਹੈ, ਤੁਹਾਡੀ ਬੈੱਡ ਸ਼ੀਟ ਚੇਂਜ ਕਰਨ ਦੀ ਡੇਲੀ ਦੀ ਫੈਸਿਲਿਟੀ ਹੈ ਕਿ ਸੋ ਦੈਟ ਤੁਹਾਨੂੰ ਜਿਹੜਾ ਹਾਈਜੀਨ ਦਾ ਵੀ ਤੁਹਾਡੇ ਖਿਆਲ ਰੱਖਿਆ ਜਾਵੇ। ਸੋ ਉਹ ਜੇਕਰ ਅੱਜ ਅਸੀਂ ਉੱਥੇ ਨਾਰਮਲ ਕੋਈ ਵੀ ਹੋਟਲ ਲੈਂਦੇ ਹਾਂ, ਛੋਟੇ ਤੋਂ ਛੋਟਾ ਮਾੜੇ ਤੋਂ ਮਾੜਾ ਵੀ ਹੋਟਲ ਲੈ ਲੈਂਦੇ ਹਾਂ, $50 ਹੋਟਲ ਇੱਕ ਦਿਹਾੜੀ ਦੇ ਲੈਂਦਾ ਐਂਡ ਉਹ 'ਚ ਕੋਈ ਮੀਲ ਇਨਕਲੂਡਿਡ ਨਹੀਂ ਹੁੰਦਾ ਐਂਡ ਜੇ ਉਹਨੂੰ ਅਸੀਂ 14 ਦਿਨਾਂ ਦੇ ਨਾਲ ਡਿਵਾਈਡ ਕਰ ਲਈਏ, ਮਲਟੀਪਲਾਈ ਕਰ ਲਈਏ ਤਾਂ $700 ਤੇ ਸਿਰਫ ਮੇਰਾ ਉਸੇ ਚੀਜ਼ ਦਾ ਬਣ ਜਾਂਦਾ। ਫਿਰ ਮੈਨੂੰ 3 ਟਾਈਮ ਦਾ ਰੋਟੀ ਮਿਲਣੀ ਹੈ, ਮੇਰੇ ਕੱਪੜੇ ਧੋਣੇ ਹੈ, ਮੇਰਾ ਜਿਹੜਾ ਵਾ ਬੈੱਡ ਸ਼ੀਟਸ ਚੇਂਜ ਹੋਣੀ ਹੈ, ਸਾਰੀਆਂ ਫੈਸਿਲਿਟੀਆਂ ਕਰਕੇ $1400 ਤੋਂ ਲੈ ਕੇ $2000 ਤੱਕ ਕਾਲਜਿਸ ਦੇ ਪੈਕੇਜਸ ਹੈਗੇ ਕਿ ਉਹ 'ਚ 에ਅਰਪੋਰਟ ਟਰਾਂਸਫਰ ਵੀ ਉਹਨਾਂ ਨੇ ਨਾਲ ਤੁਹਾਨੂੰ ਫੈਸਿਲਿਟੀ ਦੇ ਰਿਹਾ ਉਹਨਾਂ ਸਟੂਡੈਂਟ ਵਾਸਤੇ ਜਿਨ੍ਹਾਂ ਦੇ ਉੱਥੇ ਕੋਈ ਰਿਸ਼ਤੇਦਾਰ ਨਹੀਂ ਹੈ। ਇਹਦੇ ਤੋਂ ਇਲਾਵਾ ਇਨ ਐਡੀਸ਼ਨ ਕਿ ਜਿਹੜਾ ਗਵਰਨਮੈਂਟ ਵੱਲੋਂ ਤੁਹਾਨੂੰ 3 ਦਿਨ ਦਾ ਜਿਹੜਾ ਗਵਰਨਮੈਂਟ ਨੇ ਖਰਚਾ ਦੱਸਿਆ ਕਿ $2000 ਤੋਂ ਉੱਤੇ ਦਾ ਆ ਸਕਦਾ, ਉਹ ਇੱਕ ਐਡੀਸ਼ਨਲ ਕਹਿ ਲਓ ਕਿ ਵੀ ਤੁਹਾਡੇ ਉੱਤੇ ਬਰਡਨ ਕਹਿ ਲਓ ਜਾਂ ਇੱਕ ਖਰਚਾ ਹੈ। ਹੁਣ ਜਿਹੜੀ ਚੀਜ਼ ਹੈ ਉਹ ਹੈ, ਉਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਕਿਉਂਕਿ ਉਹ ਤੁਹਾਡੀ ਆਪਣੀ ਸੇਫਟੀ ਤੇ ਉੱਥੋਂ ਦੇ ਲੋਕਾਂ ਦੀ ਸੇਫਟੀ ਵਾਸਤੇ ਹੈ। ਅਸੀਂ ਆਪਣਾ ਟਾਈਮ ਪੁਰਾਣਾ ਯਾਦ ਕਰ ਦਈਏ 2020 ਦਾ, ਉਦੋਂ ਅਸੀਂ ਇਹ ਅਰਦਾਸ ਕਰਦੇ ਸੀ ਕਿ ਵੀ ਦਾਤਿਆ ਖੋਲ ਦੇ ਇੱਕ ਵਾਰੀ, ਕੋਈ ਗੱਲ ਨਹੀਂ ਜਿਹੜੇ ਪੈਸੇ ਲੱਗਣੇ ਆ ਲਾ ਲਓ। ਸੋ ਤੁਸੀਂ ਜਿੱਥੇ ਅੱਜ $18,000 ਫੀਸ ਪੇ ਕੀਤੀ ਹੈ ਜਾਂ $20,000 ਫੀਸ ਪੇ ਕੀਤੀ ਹੈ, $4,000 ਆਪਣੇ ਦਿਮਾਗ 'ਚ ਉੱਥੇ ਹੀ ਐਡ ਨਾਲ ਕਰ ਲਓ ਕਿ ਚੱਲ ਯਾਰ ਸਮਝਾਂਗੇ $4,000 ਐਕਸਟਰਾ ਦੇਤੇ, ਬਟ ਅੱਜ ਇਹ ਤੋਂ ਬਿਨਾਂ ਕੋਈ ਗੁਜ਼ਾਰਾ ਹੈ ਹੀ ਨਹੀਂ, ਇਹ ਕਰਨਾ ਹੀ ਪਏਗਾ। ਸੋ ਜਿਹੜੇ ਮਾਂ-ਬਾਪ ਆਪਣੇ ਬੱਚੇ ਨੂੰ $2,000 ਟੋਟਲ ਦੇ ਕਰਕੇ ਭੇਜਦੇ ਸੀ, ਉਹ ਮੇਕ ਸ਼ੋਰ ਆਪਣੇ ਬੱਚੇ ਨੂੰ $4,000 ਤੋਂ $5,000 ਨਾਲ ਦੇ ਕਰਕੇ ਤੋਰਨ, ਨਹੀਂ ਤੇ ਬੱਚਾ ਉੱਥੇ ਜਾ ਕਰਕੇ ਔਖਾ ਹੋਏਗਾ, ਬਹੁਤ ਜ਼ਿਆਦਾ ਔਖਾ ਹੋਏਗਾ। $3,000 ਤੋਂ $4,000 ਜ਼ਰੂਰ, $4,000 ਤੋਂ $5,000 ਆਪਣੇ ਬੱਚੇ ਨੂੰ ਜ਼ਰੂਰ ਜਿਹੜਾ ਵਾ ਇੱਥੋਂ ਦੇ ਕਰਕੇ ਭੇਜੋ। ਜਿਹੜਾ ਤੁਹਾਡਾ ਅਗਲਾ ਸਵਾਲ ਹੈ ਜੀ ਕਿ AIP ਆਏ ਹੈ, ਕਿ AIP ਆਉਣ ਤੋਂ ਬਾਅਦ ਸ਼ਿਓਰਿਟੀ ਹੈ ਕਿ ਵੀਜ਼ਾ ਲੱਗੇਗਾ? 0% ਸ਼ਿਓਰਿਟੀ ਹੈ, 0%। AIP ਇਟਸ ਕਾਲਡ ਅਪਰੂਵਲ ਇਨ ਪ੍ਰਿੰਸੀਪਲ ਕਿ ਵੀ ਤੁਹਾਨੂੰ ਉਹਨਾਂ ਨੇ ਪ੍ਰਿੰਸੀਪਲੀ ਐਗਰੀ ਕਰਤਾ ਕਿ ਵੀ ਜੀ ਤੁਹਾਡੀ ਪ੍ਰੋਫਾਈਲ ਓਕੇ ਹੈ। ਸੈਕਿੰਡ ਸਟੇਜ ਅਸੈਸਮੈਂਟ, ਜਦ ਤੱਕ ਤੁਹਾਡੇ ਕੋਲ ਪਾਸਪੋਰਟ ਰਿਕੁਐਸਟ ਨਹੀਂ ਆ ਜਾਂਦੀ ਤਦ ਤੱਕ ਤੁਸੀਂ ਇਹਨੂੰ ਸ਼ਿਓਰ ਨਹੀਂ ਮੰਨ ਸਕਦੇ। ਮੈਂ ਦੁਬਾਰਾ ਰਿਪੀਟ ਕਰਦਾ, ਜਦ ਤੱਕ ਤੁਹਾਡੇ ਹੱਥ 'ਚ ਪਾਸਪੋਰਟ ਰਿਕੁਐਸਟ ਨਹੀਂ ਆ ਜਾਂਦੀ ਤੁਸੀਂ ਇਹਨੂੰ ਸ਼ਿਓਰ ਨਹੀਂ ਮੰਨ ਸਕਦੇ, ਕਿਉਂਕਿ ਜੇ ਤੁਸੀਂ ਇਹਨੂੰ ਤਦ ਸ਼ਿਓਰ ਮੰਨੋਗੇ AIP ਆਉਣ ਤੋਂ ਬਾਅਦ, ਤੇ ਤੁਸੀਂ ਬੇਵਕੂਫ ਹੋ। ਮੇਰੀ ਉਹਨੇ ਰੀਸੈਂਟਲੀ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਜੀ AIP ਆਇਆ, AIP ਆਉਣ ਤੋਂ ਬਾਅਦ ਉਹਨਾਂ ਨੇ ਰਿਜੈਕਟ ਕਰਤਾ। ਫਿਰ ਮੈਂ ਉਹਦੀ ਫਾਈਲ ਦੇ ਵਿੱਚ ਗਿਆ ਤੇ ਉਹਦਾ ਕੋਰਸ ਜਿਹੜਾ ਹੈਗਾ ਸੀਗਾ ਠੀਕ ਨਹੀਂ ਸੀਗਾ ਐਂਡ ਮੈਂ ਚੈੱਕ ਕੀਤਾ ਕਿ AIP ਉਹਦਾ ਆਇਆ ਸੀ ਕਿ ਉਹ ਸਟੂਡੈਂਟ ਨੇ 13 ਅਗਸਤ ਨੂੰ ਆਪਣੀ ਫਾਈਲ ਸਬਮਿਟ ਕੀਤੀ ਅੰਬੈਸੀ ਦੇ ਵਿੱਚ, ਆਪਣਾ ਸਾਰਾ ਉਹਦੇ ਬਾਇਓਮੈਟ੍ਰਿਕ ਪਹਿਲੇ ਹੋਏ ਸੀਗੇ ਕਿਉਂਕਿ ਉਹਦਾ ਪਹਿਲੇ ਵੀਜ਼ਾ ਰਿਜੈਕਟਡ ਸੀਗਾ। ਸੋ 13 ਅਗਸਤ ਨੂੰ ਉਹਨੇ ਪਾਇਆ ਤੇ 16 ਅਗਸਤ ਨੂੰ ਉਹ ਸਟੂਡੈਂਟ ਕੋਲ ਉਹਦਾ AIP ਆ ਗਿਆ। 16 ਅਗਸਤ ਨੂੰ ਮੈਂ ਦੇਖਿਆ ਕਿ 3 ਦਿਨ 'ਚ ਡਿਸੀਜਨ ਕਿੱਦਾਂ ਆ ਗਿਆ। ਸੋ 3 ਦਿਨ 'ਚ ਡਿਸੀਜਨ ਆਇਆ ਕਿ ਆਟੋਮੈਟਿਕ ਆਟੋ ਉਸ ਟਾਈਮ ਦੇ ਉੱਤੇ ਅਗਸਤ ਸੈਪਟੈਂਬਰ ਦੇ ਵਿੱਚ ਆਟੋ ਜਨਰੇਟਡ ਜਿਹੜੇ AIP ਆ ਰਹੇ ਸੀਗੇ। ਮਤਲਬ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਕੰਪਿਊਟਰ ਆਟੋਮੈਟਿਕਲੀ ਜਿਹੜੀਆਂ ਪ੍ਰੋਫਾਈਲਾਂ ਸਟ੍ਰੇਟ ਫਾਰਵਰਡ ਸੀਗੀਆਂ ਉਹਨਾਂ ਨੂੰ ਆਟੋਮੈਟਿਕਲੀ AIP ਜਨਰੇਟ ਕਰ ਰਿਹਾ ਸੀਗਾ। ਉਸ ਟਾਈਮ ਤੇ ਅਸੀਂ ਐਜ਼ ਅ ਕੰਸਲਟੈਂਟ, ਸਟੂਡੈਂਟ, ਪ੍ਰੋਵਾਈਡਰ, ਹਰ ਬੰਦਾ ਖੁਸ਼ ਹੋ ਰਿਹਾ ਸੀਗਾ AIP ਆ ਗਿਆ, AIP ਆ ਗਿਆ, AIP ਆ ਗਿਆ। ਮੈਂ 15 ਜੁਲਾਈ ਨੂੰ ਜਦੋਂ ਕਾਨੂੰਨ ਚੇਂਜ ਹੋਇਆ ਸੀ, ਡੇਲੀ ਪੋਸਟ ਤੇ ਇੱਕ ਵੀਡੀਓ ਕੀਤੀ ਸੀ, ਜਾ ਕਰਕੇ ਕਲੀਅਰਲੀ ਦੱਸਿਆ ਸੀ ਕਿ ਵੀ ਇਹ ਲੋਲੀਪੌਪ ਹੈ ਐਂਡ ਇਹ ਜਿਹੜਾ ਵਾ ਕਿ ਸਿਰਫ ਇੱਕ ਆਸ ਹੈ, ਕਿਉਂਕਿ ਅੱਜ ਸਾਰਾ ਰੁਝਾਨ ਜਿਹੜਾ UK ਵੱਲ ਨੂੰ ਤੁਰਿਆ ਜਾ ਰਿਹਾ ਕਿ ਇਹ ਨਹੀਂ ਪਤਾ ਲੱਗ ਰਿਹਾ ਕੈਨੇਡਾ ਦੇ ਵੀਜ਼ੇ ਕਦੋਂ ਆਉਣਗੇ। ਸੋ ਰੁਝਾਨ ਨੂੰ ਉਹ ਕਹਿ ਲਓ ਦਿਲ ਲਾਉਣ ਨੂੰ, ਜਾਂ ਮਤਲਬ ਸਟੂਡੈਂਟ ਦਾ ਇੰਟਰਸਟ ਨਾ ਟੁੱਟੇ, ਕਾਲਜਿਸ ਉੱਥੇ ਡਿਸਅਪੁਆਇੰਟ ਨਾ ਹੋਣ, ਸਾਰਿਆਂ ਬੰਦਿਆਂ ਨੂੰ ਮੋਟੀਵੇਟ ਰੱਖਣ ਵਾਸਤੇ ਇਹ AIP ਵਾਲਾ ਸਿਸਟਮ ਸ਼ੁਰੂ ਕੀਤਾ ਗਿਆ। ਮੇਰੇ ਵਰਡ ਕੋੜੇ ਹੋ ਸਕਦੇ, ਮੇਰੇ ਵਰਡ ਜਿਹੜਾ ਕਹਿ ਲਓ ਕਿਸੇ ਨੂੰ ਤਕਲੀਫ ਦੇ ਸਕਦੇ, ਹਰਟ ਕਰ ਸਕਦੇ, ਬਟ ਸਿੱਧੇ ਸ਼ਬਦਾਂ ਦੇ ਵਿੱਚ ਮੈਂ ਇਹ ਗੱਲ ਕਹਾਂਗਾ ਇਹ ਦੇਸੀ ਤਰੀਕੇ ਦੇ ਨਾਲ ਕਿ ਵੀ ਇਹ ਸਿਰਫ ਔਰ ਸਿਰਫ ਇੱਕ ਮੋਟੀਵੇਟ ਕਰਨ ਦਾ ਇੱਕ ਜ਼ਰੀਆ ਸੀਗਾ ਕਿ ਸਟੂਡੈਂਟ ਦਾ ਰੁਝਾਨ ਕੈਨੇਡਾ ਵਾਲੇ ਬੰਨੇ ਟੁੱਟੇ ਨਾ। ਹੁਣ ਅੱਜ ਦੀ ਡੇਟ ਦੇ ਵਿੱਚ ਕੀ ਹੈ ਕਿ ਵੀ ਜਦੋਂ ਤੁਹਾਨੂੰ ਸਿਸਟਮ ਜਨਰੇਟਡ AIP ਮਿਲ ਗਿਆ, ਇਹ ਨਹੀਂ ਕਿ ਕੰਸਲਟੈਂਟ ਨੇ ਖੁਦ ਛਾਪ ਕੇ ਦਿੱਤਾ, ਉਹ ਅੰਬੈਸੀ ਤੋਂ ਹੀ ਆਇਆ। ਜਦੋਂ ਤੁਹਾਡੇ ਕੋਲ ਅੰਬੈਸੀ ਤੋਂ ਤੁਹਾਡੀ GCK ਦੇ ਉੱਤੇ ਸਿਸਟਮ ਜਨਰੇਟਡ AIP ਆ ਗਿਆ ਐਂਡ ਅਸੈਸਮੈਂਟ ਲਈ ਜਦੋਂ ਫਾਈਲ ਗਈ ਸੈਕਿੰਡ ਸਟੇਜ ਤੇ ਵੀਜ਼ਾ ਆਫਿਸਰ ਨੇ ਅਸੈਸ ਕੀਤਾ, ਵੀਜ਼ਾ ਆਫਿਸਰ ਨੇ ਦੇਖਿਆ ਕਿ ਇਹ ਪ੍ਰੋਫਾਈਲ ਦੇ ਵਿੱਚ ਕੋਰ ਸਿਲੈਕਸ਼ਨ ਠੀਕ ਨਹੀਂ ਹੈ, ਜਿਸ ਕਰਕੇ ਉਹਨੇ AIP ਤੋਂ ਬਾਅਦ ਵੀ ਰਿਜੈਕਸ਼ਨ ਕੀਤੀ।
ਹੁਣ ਜੇਕਰ ਤੁਸੀਂ ਆਪਣੇ ਜਿੰਨਾ ਸਟੂਡੈਂਟ ਦੀ AIP ਤੋਂ ਬਾਅਦ ਰਿਜੈਕਸ਼ਨ ਆਈ ਹੈ, ਜੇਕਰ ਆਪਣੇ ਕੇਪਸ ਨੋਟ ਕਢਾ ਕੇ ਦੇਖੋ, ਤੁਹਾਨੂੰ ਤੁਹਾਡਾ ਰੀਜ਼ਨ ਪਤਾ ਲੱਗ ਜਾਏਗਾ ਐਂਡ ਦੁਬਾਰਾ ਰੀਲੌਂਚ ਕਰ ਦਿਓ ਐਪਲੀਕੇਸ਼ਨ, ਕੋਈ ਦਿੱਕਤ ਨਹੀਂ ਹੈ। ਇਹ ਤੁਹਾਡਾ ਸਵਾਲ ਸੀਗਾ ਕਿ AIP ਆਉਣ ਤੋਂ ਬਾਅਦ ਕੀ ਸ਼ੋਰ ਸ਼ਾਟ ਹੈ। ਇਹਦੇ ਨਾਲ ਇੱਕ ਹੋਰ ਚੀਜ਼ ਮੈਂ ਦੱਸ ਦਿੰਦਾ ਕਿ ਕਾਫੀ ਸਟੂਡੈਂਟਸ ਇੱਦਾਂ ਦੇ ਵੀ ਹੈ ਕਿ ਫੋਰ ਐਗਜ਼ਾਮਪਲ ਕਿਸੇ ਨੇ ਕੋਰਸ ਲਈ ਅਪਲਾਈ ਕੀਤਾ ਸੈਪਟੈਂਬਰ ਇਨਟੇਕ 'ਚ ਜਾਂ ਜਨਵਰੀ ਇਨਟੇਕ, ਉਹਦਾ ਕੋਰਸ ਅੱਜ ਡੇਟ ਲੰਘ ਗਈ, ਉਹਨੇ ਆਨਲਾਈਨ ਕੋਰਸ ਸ਼ੁਰੂ ਨਹੀਂ ਕੀਤਾ, ਮਈ ਦੇ ਵਿੱਚ ਉਹ ਅਵੇਲੇਬਲ ਨਹੀਂ, ਕੋਰਸ ਜਾ ਕੇ ਸਿੱਧਾ ਸੈਪਟੈਂਬਰ 'ਚ ਅਵੇਲੇਬਲ ਹੈ। ਐਂਡ ਸਟੂਡੈਂਟ ਕੀ ਕਰ ਰਿਹਾ, ਹਫੜਾ ਦਫੜੀ ਦੇ ਵਿੱਚ ਆਪਣਾ ਕਾਲਜ ਚੇਂਜ ਕਰ ਰਿਹਾ ਕਿ ਮੈਂ ਛੇਤੀ ਮਈ ਦੇ ਵਿੱਚ ਉੱਥੇ ਪਹੁੰਚ ਜਾ। ਸੋ ਮੈਂ ਸਾਰੇ ਸਟੂਡੈਂਟ ਨੂੰ ਇੱਕੋ ਐਡਵਾਈਸ ਦੇਣਾ ਚਾਹਾਂਗਾ, ਹਫੜਾ ਦਫੜੀ ਦੇ ਵਿੱਚ ਪਲੀਜ਼ ਕਿਸੇ ਦੇ ਵੀ ਕਹੇ ਤੇ ਆ ਕੇ ਆਪਣਾ ਕਾਲਜ ਜਾਂ ਕੋਰਸ ਚੇਂਜ ਨਾ ਕਰੋ, ਕਿਉਂਕਿ ਜੇਕਰ ਤੁਸੀਂ AIP ਆਉਣ ਤੋਂ ਬਾਅਦ ਆਪਣਾ ਕਾਲਜ ਔਰ ਕੋਰਸ ਚੇਂਜ ਕਰਦੇ ਹੋ ਤੇ ਤੁਹਾਡੀ ਅਸੈਸਮੈਂਟ ਲਾਜ਼ਮੀ ਹੈ ਕਿ ਦੁਬਾਰਾ ਨਵੇਂ ਸਿਰਿਓਂ ਅਸੈਸਮੈਂਟ ਹੋਏਗੀ ਤੇ ਰਿਜੈਕਸ਼ਨ ਦੇ ਚਾਂਸਸ ਵੱਧ ਸਕਦੇ ਆ। ਤੁਹਾਡਾ ਕਾਲਜ ਜਿਹੜਾ ਵਾ ਬੰਦ ਹੋ ਗਿਆ ਜਾਂ ਅੱਜ ਰੈਡੀਨੈਸ ਲਿਸਟ 'ਚ ਨਹੀਂ ਆ ਰਿਹਾ ਜਾਂ ਕਾਲਜ ਨੇ ਕਹਿਤਾ ਸੀ ਰੈਡੀਨੈਸ ਲਿਸਟ ਵਿੱਚ ਨਹੀਂ ਅਪਲਾਈ ਕੀਤਾ ਹੋਇਆ ਕਿ ਤੁਸੀਂ ਆਪਣਾ ਪ੍ਰੋਵਾਈਡਰ ਚੇਂਜ ਕਰ ਸਕਦੇ ਹੋ ਵਿਦ ਅ ਵੈਲਿਡ ਰੀਜ਼ਨ, ਕਿ ਵਿਦ ਅ ਵੈਲਿਡ ਰੀਜ਼ਨ ਤੁਸੀਂ ਆਪਣਾ ਕੋਰਸ ਸੇਮ ਰੱਖਦੇ ਹੋਏ ਕੋਰਸ ਪ੍ਰੋਵਾਈਡਰ ਚੇਂਜ ਕਰਦੇ ਹੋ ਤਦ ਵੀ ਤੁਹਾਡੀ ਐਪਲੀਕੇਸ਼ਨ 'ਚ ਕੋਈ ਦਿੱਕਤ ਨਹੀਂ ਆਏਗੀ। ਬਟ ਜੇਕਰ ਤੁਸੀਂ ਕੋਰਸ ਹੀ ਚੇਂਜ ਕਰਤਾ ਜਿਹਦੇ ਬਿਨਾਂ ਦੇ ਉੱਤੇ ਤੁਹਾਨੂੰ AIP ਆਇਆ ਸੀ, ਜਿਹੜੀ ਤੁਹਾਡੀ ਫਾਊਂਡੇਸ਼ਨ ਸੀ, ਕੋਰਸ ਹੀ ਚੇਂਜ ਕਰਤਾ, ਤੁਹਾਡੀ ਐਪਲੀਕੇਸ਼ਨ ਨਵੇਂ ਸਿਰਿਓਂ ਅਸੈਸਮੈਂਟ ਦੇ ਵਿੱਚ ਜਾਏਗੀ। ਸੋ ਇਸ ਚੀਜ਼ ਨੂੰ ਇਗਨੋਰ ਨਾ ਕਰਨਾ। ਕਾਫੀ ਸਾਰੇ ਏਜੰਟ ਜਾਂ ਕਿਸੇ ਨੂੰ ਐਡਵਾਈਸ ਕਰਦੇ ਆ ਜਾਂ ਸਟੂਡੈਂਟ ਕਈਆਂ ਸੁਣੀਆਂ ਗੱਲਾਂ ਦੇ ਵਿੱਚ ਆਉਂਦੇ ਆ, ਮੇਕ ਸ਼ੋਰ ਤੁਹਾਡਾ AIP ਤੁਹਾਡੀ ਪ੍ਰੋਫਾਈਲ ਤੇ ਜਿਹੜਾ ਕੋਰਸ ਕਰਨ ਲਈ ਚੱਲਿਓ ਉਹਦੇ ਬੇਸਿਸ ਦੇ ਉੱਤੇ ਤੁਹਾਨੂੰ ਮਿਲਿਆ। ਇੱਕ ਹੋਰ ਇੰਪੋਰਟੈਂਟ ਕੁਐਸਚਨ ਹੈ ਕਿ ਜਿਹੜਾ ਹੁਣ ਬੈਕਲੌਗ ਹੋ ਗਿਆ, ਕਈ ਬੱਚਿਆਂ ਨੇ 19 ਵਿੱਚ ਅਪਲਾਈ ਕੀਤਾ ਸੀਗਾ, ਦਸੰਬਰ ਜਨਵਰੀ ਵਾਲੇ ਸੈਸ਼ਨ ਅਪਲਾਈ ਕੀਤੇ ਸੀਗੇ, ਜਾਂ ਆਪਾਂ ਕਹਿੰਦੇ ਆ ਕਿ 2020 ਵਾਲੇ ਅਪਲਾਈ ਕੀਤੇ ਸੀ, ਉਹ ਵੀ ਇਕੱਠੇ ਹੋ ਗਏ, ਤੇ ਹੁਣ ਜਿਨ੍ਹਾਂ ਨੇ ਰੀਸੈਂਟਲੀ ਪਾਸ ਕੀਤਾ ਉਹ ਵੀ ਹੋ ਗਏ, ਤੇ ਜਿਨ੍ਹਾਂ ਨੇ ਇਹ ਉਮੀਦ ਲਈ ਹੈ ਕਿ ਉਹ ਹੁਣ ਅਪਲਾਈ ਕਰਨ ਕੈਨੇਡਾ ਦੀ, ਉਹਨਾਂ ਦੀ ਕਿੱਥੇ ਸਟੈਂਡ ਕਰਦੇ ਨੇ? ਦੇਖੋ ਜੀ, ਇਹਦੇ ਵਿੱਚ ਹੈ ਕਿ ਵੀ ਜਿਹੜੇ ਸਟੂਡੈਂਟ ਦਾ ਬੈਕਲੌਗ ਨਹੀਂ, ਇਹਨੂੰ ਮੈਂ ਕਹਾਂਗਾ ਜੀ ਗੈਪ ਲਈ ਸਟੂਡੈਂਟ ਜਿਹੜਾ ਵਾ ਕਹਿ ਰਿਹਾ ਕਿ ਡਰ ਰਿਹਾ ਕਿ ਮੈਂ ਜੀ 2019 ਚ 12ਵੀਂ ਕੀਤੀ ਸੀ, ਮੇਰਾ 2020 ਵੀ ਲੰਘ ਗਿਆ, 2021 ਆ ਗਿਆ, ਮੇਰੇ 2 ਸਾਲ ਦਾ ਗੈਪ ਪੈ ਗਿਆ। ਉਹ ਸਟੂਡੈਂਟ ਨੂੰ ਟੈਨਸ਼ਨ ਲਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ 2 ਕੁਐਸਚਨਸ ਹੈ, ਮੈਂ ਦੋਵਾਂ ਦੇ ਡਿਫਰੈਂਟ ਆਨਸਰ ਦੇ ਦੇਣਾ ਕਿ ਵੀ ਉਹ ਸਟੂਡੈਂਟਸ ਨੂੰ ਟੈਨਸ਼ਨ ਲਗਾਉਣ ਦੀ ਲੋੜ ਨਹੀਂ ਹੈ, ਗੈਪ ਨੂੰ ਦਿਮਾਗ ਤੇ ਬੋਝ ਪਾਉਣ ਦੀ ਲੋੜ ਨਹੀਂ ਹੈ। ਕੋਈ ਗੈਪ ਨਹੀਂ ਪਿਆ ਹੈਗਾ, ਕਿਉਂਕਿ ਸਾਰੀ ਉਹਨਾਂ ਨੂੰ ਵੀ ਪਤਾ ਵਾ ਕਿ 2020 ਦੇ ਵਿੱਚ ਐਵਰੀਬਡੀ ਵਾਸ ਹੈਲਪਲੈਸ, ਕੈਨ ਨਾਟ ਡੂ ਐਨੀਥਿੰਗ। ਤਾਂ ਜੇਕਰ ਤੁਸੀਂ 2019 ਪਾਸ ਆਊਟ ਸਟੂਡੈਂਟ 2021 ਚ ਅਪਲਾਈ ਕਰ ਰਿਹਾ ਤੇ ਉਹਨੂੰ ਲੰਬੀ ਚੌੜੀ ਕੋਈ ਦਿੱਕਤ ਨਹੀਂ ਆਏਗੀ ਇਸ ਚੀਜ਼ ਕਰਕੇ, ਔਰ ਗੈਪ ਕਰਕੇ ਉਹਦੀ ਐਪਲੀਕੇਸ਼ਨ ਨਹੀਂ ਰਿਜੈਕਟ ਹੋਏਗੀ। ਦੂਸਰਾ ਸਿਨੈਰੀਓ ਹੈ ਸਟੂਡੈਂਟ ਦਾ ਕਿ ਜਿਹੜੇ ਸਟੂਡੈਂਟ ਅੱਜ ਹੁਣ ਜਿਨ੍ਹਾਂ ਨੇ ਰੀਸੈਂਟ ਪਾਸ ਆਊਟ ਕੀਤੀ ਹੈ, 2020 ਚ ਕੀਤੀ ਹੈ ਜਾਂ 2019 ਚ ਕੀਤੀ ਸੀ ਜਾਂ 2018 ਚ ਵੀ ਕੀਤੀ ਸੀ, ਉਹਨਾਂ ਨੇ ਹਜੇ ਤੱਕ ਅਪਲਾਈ ਨਹੀਂ ਕੀਤਾ, ਹੁਣ ਜਾ ਕੇ ਅਪਲਾਈ ਕਰਨਾ ਚਾਹੁੰਦੇ ਨੇ। ਸੋ ਉਹਨਾਂ ਵਾਸਤੇ ਅੱਜ ਪ੍ਰੋਸੈਸਿੰਗ ਟਾਈਮ 9 ਹਫ਼ਤੇ ਹੈ ਕਿ ਵੀ ਜਦੋਂ ਅਸੀਂ ਜਨਵਰੀ 2021 ਚ ਐਂਟਰ ਕੀਤਾ ਸੀ, ਪ੍ਰੋਸੈਸਿੰਗ ਟਾਈਮ 36 ਹਫ਼ਤੇ ਸੀ, 9 ਮਹੀਨੇ। ਫਿਰ ਜਨਵਰੀ ਐਂਡ ਤੱਕ ਇਹ 23 ਹਫ਼ਤਿਆਂ ਦੇ ਉੱਤੇ ਆ ਗਿਆ, ਜਨਵਰੀ ਫਸਟ ਵੀਕ 'ਚ 14 ਹਫ਼ਤਿਆਂ ਤੇ ਆ ਗਿਆ, ਅੱਜ ਜਨਵਰੀ ਸੈਕਿੰਡ ਵੀਕ 'ਚ 9 ਹਫ਼ਤਿਆਂ ਤੇ ਪਹੁੰਚ ਗਿਆ। ਸੋ 9 ਹਫ਼ਤਿਆਂ ਤੋਂ ਵੀ ਇਹ ਘੱਟ ਕੇ 4 ਹਫ਼ਤਿਆਂ ਤੇ ਆਏਗਾ। ਸੋ ਸਟੂਡੈਂਟ ਅੱਜ ਜਿਹੜਾ ਅਪਲਾਈ ਕਰ ਰਿਹਾ ਉਹਨੂੰ ਇਮੀਡੀਏਟਲੀ 1 ਹਫ਼ਤੇ ਦੇ ਅੰਦਰ ਬਾਇਓਮੈਟ੍ਰਿਕ ਦੀ ਚਿੱਠੀ ਆਏਗੀ। ਬਾਇਓਮੈਟ੍ਰਿਕ ਦੀ ਚਿੱਠੀ ਆਉਣ ਤੋਂ ਬਾਅਦ ਉਹਨੂੰ ਅਪਾਇੰਟਮੈਂਟ ਲੈਣੀ ਪੈਣੀ ਬਾਇਓਮੈਟ੍ਰਿਕ ਦੀ। ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਅੱਜ ਦੀ ਡੇਟ ਤੀਸਰੇ ਹਫ਼ਤੇ ਦੀ ਮਿਲ ਰਹੀ ਹੈ ਜਾਂ ਚੌਥੇ ਹਫ਼ਤੇ ਦੀ ਮਿਲ ਰਹੀ ਹੈ। ਜਿਸ ਦਿਨ ਉਹ ਬਾਇਓਮੈਟ੍ਰਿਕ ਦੇ ਕੇ ਆਏਗਾ ਉਸ ਦਿਨ ਤੋਂ ਬਾਅਦ ਉਹ ਆਪਣੇ 4 ਤੋਂ 5 ਹਫ਼ਤੇ ਕਾਊਂਟ ਕਰ ਲਿਓ, ਉਹਦਾ ਰਿਜ਼ਲਟ ਉਹਦੇ ਕੋਲ ਆਏਗਾ। ਅੱਜ ਜਿਹੜਾ ਸਟੂਡੈਂਟ ਅਪਲਾਈ ਕਰ ਰਿਹਾ ਉਹਨੂੰ AIP ਨਹੀਂ ਆਣਾ, ਜਾਂ ਉਹਨੂੰ ਸਿੱਧਾ ਰਿਫਿਊਜ਼ਲ ਆਣਾ, ਜਾਂ ਉਹਨੂੰ ਸਿੱਧੀ ਪਾਸਪੋਰਟ ਰਿਕੁਐਸਟ ਆਣੀ ਹੈ। ਸੋ ਜਿਹੜੇ ਸਟੂਡੈਂਟ ਨਾਲ ਦੇ ਨਾਲ ਹੀ ਉਹ ਸਟੂਡੈਂਟ ਬਾਰੇ ਗੱਲ ਕਰਾਂਗਾ ਜਿਹੜੇ ਸਟੂਡੈਂਟ ਨੇ ਪਹਿਲੇ ਤੋਂ ਅਪਲਾਈ ਕੀਤਾ ਹੈ ਔਰ ਅੱਜ ਤੱਕ ਕੋਈ ਹਿਲਜੁਲ ਨਹੀਂ ਹੋਈ। ਪਲੀਜ਼ ਆਪਣੇ ਕੰਸਲਟੈਂਟ ਨਾਲ ਗੱਲ ਕਰੋ ਕਿ ਤੁਹਾਡੇ ਹੁਣ ਤੱਕ ਬਾਇਓਮੈਟ੍ਰਿਕ ਦੀ ਚਿੱਠੀ ਤੁਹਾਡੇ ਕੋਲ ਆ ਜਾਣੀ ਚਾਹੀਦੀ ਹੈ। ਜੇਕਰ ਬਾਇਓਮੈਟ੍ਰਿਕ ਦੀ ਚਿੱਠੀ ਨਹੀਂ ਆਈ ਤੇ ਤੁਹਾਨੂੰ ਡੈਫੀਨੇਟਲੀ ਵੈਬ ਫਾਰਮ ਰੇਜ਼ ਕਰਨਾ ਚਾਹੀਦਾ ਕਿ ਦੈਟ ਮੀਨਸ ਤੁਹਾਡੀ ਐਪਲੀਕੇਸ਼ਨ ਕਿਤੇ ਗਵਾਚੀ ਹੋਈ ਹੈ ਜਾਂ ਕਿਤੇ ਨਾ ਕਿਤੇ ਪ੍ਰੋਬਲਮ ਹੈ। ਐਂਡ ਕਿਉਂਕਿ ਅੱਜ ਜਾਂ ਤੁਹਾਡਾ ਕਾਲਜ ਲਿਸਟ ਵਿੱਚ ਨਹੀਂ ਆਇਆ, ਕਿਉਂਕਿ ਜੇਕਰ ਕਾਲਜ ਲਿਸਟ 'ਚ ਆਇਆ ਪ੍ਰੋਸੈਸਿੰਗ ਤੁਹਾਡੀ ਐਪਲੀਕੇਸ਼ਨ ਤੇ ਉਸ ਦਿਨ ਤੋਂ ਹੀ ਸ਼ੁਰੂ ਹੋਣੀ ਹੈ। ਮੈਂ ਕਾਫੀ ਸਟੂਡੈਂਟ ਨੂੰ ਮਿਲਿਆ ਜਿਹੜੇ ਸਟੂਡੈਂਟ ਕਹਿੰਦੇ ਸਾਨੂੰ ਅਪਲਾਈ ਕੀਤੇ 4 ਮਹੀਨੇ ਹੋ ਗਏ, 6 ਮਹੀਨੇ ਹੋ ਗਏ। ਮੈਂ ਸਾਰਿਆਂ ਨੂੰ ਇਹ ਕਹਿੰਦਾ ਕਿ ਬਹੁਤ ਕੌੜੀ ਗੱਲ ਬੋਲਣ ਜਾ ਰਿਹਾ, ਪੁਰਾਣਾ ਟਾਈਮ ਸਾਰਾ ਡਿਲੀਟ ਕਰ ਦਿਓ, ਉਸ ਦਿਨ ਤੋਂ ਟਾਈਮ ਯਾਦ ਰੱਖੋ ਜਿਸ ਦਿਨ ਤੁਹਾਡਾ ਕਾਲਜ ਲਿਸਟ ਵਿੱਚ ਆਇਆ ਸੀ। ਜਿਸ ਦਿਨ ਤੁਹਾਡਾ ਕਾਲਜ ਲਿਸਟ 'ਚ ਆਇਆ ਉਸ ਤੋਂ ਅੱਗੇ 9 ਹਫ਼ਤੇ ਕਾਊਂਟ ਕਰ ਲਓ, ਤੁਹਾਡਾ ਰਿਜ਼ਲਟ ਤੁਹਾਨੂੰ ਮਿਲ ਜਾਣਾ ਚਾਹੀਦਾ।
ਮੈਂ ਇਹ ਕਹੂੰਗੀ ਕਿ ਜਿਹੜਾ ਕਰਸ ਵਾਲਾ 2020 ਸੀ ਉਹ ਹੁਣ ਖਤਮ ਹੋ ਚੁੱਕਾ ਹੈ ਤੇ ਆਸ ਤੇ ਦੁਨੀਆ ਕਾਇਮ ਹੈ। ਐਬਸੋਲੂਟਲੀ ਜੀ। ਸੋ ਜਿਹੜੇ ਸਟੂਡੈਂਟ ਹੁਣ ਅਪਲਾਈ ਕਰਨਾ ਚਾਹੁੰਦੇ ਨੇ, ਕਹਿ ਲਓ ਕਿ ਤਗੜੇ ਹੋ ਕਰਕੇ ਅਪਲਾਈ ਕਰੋ। ਤੁਹਾਡੀ 12ਵੀਂ ਪਾਸ ਹੋ ਤੁਸੀਂ, 2018 ਦੇ ਵਿੱਚ ਪਾਸ ਹੋ। ਆਇਲਸ ਓਵਰਆਲ 6 ਬੈਂਡ ਹੈ, ਇੱਕ ਮੋਡਿਊਲ 'ਚ 5.5 ਬੈਂਡ ਹੈ। ਪਹਿਲੇ AIP ਆਇਆ, ਰਿਜੈਕਟ ਹੋ ਗਿਆ, ਜਾਂ ਐਪਲੀਕੇਸ਼ਨ ਰਿਜੈਕਟ ਹੋ ਗਈ ਹੈ, ਪੈਸੇ ਖਰਾਬ ਕਰ ਚੁੱਕੇ ਹੋ, ਡੋਂਟ ਵਰੀ ਐਟ ਆਲ। ਸੋ ਤੁਸੀਂ ਦੁਬਾਰਾ ਅਪਲਾਈ ਕਰੋ, ਕਿਉਂਕਿ ਜੇਕਰ ਕੈਨੇਡਾ ਦਾ ਅਪਲਾਈ ਕਰ ਰਹੇ ਹੋ ESS ਗਲੋਬਲ ਤੋਂ, ਤੇ ਉਹ ਪੈਸੇ ਲੈਂਦੇ ਆ ਸਾਰੇ ਵੀਜ਼ਾ ਲੱਗਣ ਤੋਂ ਬਾਅਦ। ਥੈਂਕ ਯੂ। ਇਸ ਲਈ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਦਾ ਵੀਜ਼ਾ ਹੈ ਉਹ ਵੀ ਕੈਨੇਡਾ ਦਾ, ਤਾਂ ਫਿਰ ਅੱਜ ਹੀ ਸਾਡੇ ਨਾਲ ਸੰਪਰਕ ਕਰੋ ESS ਗਲੋਬਲ ਨਾਲ, ਕਿਉਂਕਿ ਅਸੀਂ ਸਾਰੇ ਪੈਸੇ ਲੈਂਦੇ ਹਾਂ ਵੀਜ਼ਾ ਲੱਗਣ ਤੋਂ ਬਾਅਦ।